ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ 27 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਉਸ ਮੀਟਿੰਗ ਦੇ ਸਬੰਧ ਦੇ ਵਿੱਚ ਜਿਹੜੀ ਕਿ ਇੱਕ ਜਗਤਾਰ ਸਿੰਘ ਹਵਾਰਾ ਜਥੇਦਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਆ ਤੇ ਉਹ ਇੱਕ ਮੀਟਿੰਗ ਕਰਨ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ। ਉਸ ਦੀ ਕੀ ਰੂਪਰੇਖਾ ਆ, ਕਿਉਂ ਮੀਟਿੰਗ ਕੀਤੀ ਜਾ ਰਹੀ ਆ, ਇਸ ਦੀ ਜਾਣਕਾਰੀ ਜਿਹੜੀ ਆ ਅਸੀਂ ਲਵਾਂਗੇ। ਵੱਖ-ਵੱਖ ਜਥੇਬੰਦੀਆਂ ਦੇ ਸਿੰਘ ਨੇ ਸਾਡੇ ਨਾਲ ਇਸ ਵੇਲੇ, ਸੋ ਆਓ ਸਾਰਿਆਂ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਭਾਈ ਪਪਲਪ੍ਰੀਤ ਸਿੰਘ ਹੋਰਾਂ ਵੱਲ ਆਵਾਂ। ਭਾਜੀ, ਜਿਹੜੀ ਇਹ ਮੀਟਿੰਗ 27 ਤਰੀਕ ਨੂੰ ਹੋਣ ਜਾ ਰਹੀ ਆ, ਜਿਹੜੀ ਕਮੇਟੀ ਚੁਣੀ ਗਈ ਹੈ, ਮੈਂ ਚਾਹੂੰਗਾ ਕਿ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਨੂੰ ਤੁਸੀਂ ਨਾਮ ਵੀ ਦੱਸ ਦਿਓ ਕਿ ਕਿਹਨਾਂ ਨੂੰ ਇਸ 5 ਮੈਂਬਰੀ ਕਮੇਟੀ ਦੇ ਵਿੱਚ ਚੁਣਿਆ ਗਿਆ ਆ ਤੇ ਇਸ ਦਾ ਕਾਰਨ ਕੀ ਆ ਕਿ ਕਿਉਂ ਇਹ ਕਮੇਟੀ ਜਿਹੜੀ ਆ ਬਣਾਉਣੀ ਪਈ ਤੇ ਦੁਬਾਰਾ ਮੀਟਿੰਗ ਜਿਹੜੀ ਹੋ ਰਹੀ ਉਹਦਾ ਮਕਸਦ। ਆਪਾਂ ਸਾਰੇ ਜਾਣਦੇ ਹਾਂ ਕਿ ਜੋ ਪਿਛਲੇ ਸਮੇਂ ਦੇ ਵਿੱਚ ਬਰਗਾੜੀ ਮੋਰਚੇ ਦਾ ਜਿਹੜਾ ਅੰਤ ਹੋਇਆ ਜੀ, ਉਹ ਅੰਤ ਬੜਾ ਦੁਖਦਾਈ ਜਿਹੇ ਮੋੜ 'ਤੇ, ਕਿਉਂਕਿ ਕੌਮ ਨੂੰ ਇਸ ਤਰ੍ਹਾਂ ਆਸ ਨਹੀਂ ਸੀ ਕਿ ਯਕਦਮ ਮੋਰਚੇ ਦਾ ਅੰਤ ਕਰ ਦਿੱਤਾ ਜਾਊਗਾ ਪ੍ਰਬੰਧਕਾਂ ਵੱਲੋਂ, ਖਾਸ ਤੌਰ 'ਤੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣਾ ਵੱਲੋਂ ਜੀ। ਅਤੇ ਕੌਮ ਬੜੀ ਮਾਯੂਸੀ ਦੇ ਦੌਰ 'ਚੋਂ ਲੰਘ ਰਹੀ ਆ, ਜਿਵੇਂ ਕੋਈ ਚੁਰਾਹੇ 'ਚ ਖੜ੍ਹਾ ਹੋਵੇ, ਆਸੇ ਪਾਸੇ ਵੇਖਦਾ ਹੋਵੇ ਕਿ ਕਿਹੜੇ ਮੋੜ ਵਾਲੇ ਪਾਸੇ ਤੁਰਨਾ ਜੀ। ਇੱਕ ਤਰ੍ਹਾਂ ਦਾ ਕਹਿ ਲਓ ਕਿ ਸਾਡੇ ਆਪਣੇ ਆਗੂਆਂ ਨੇ ਸਾਨੂੰ ਹਨੇਰੇ ਦੇ ਵਿੱਚ ਸੁੱਟਿਆ ਅਤੇ ਹਨੇਰੇ ਦੇ ਵਿੱਚੋਂ ਹੁਣ ਫਿਰ ਸਾਨੂੰ ਥੋੜ੍ਹੀ ਇੱਕ ਕਿਰਨ ਜਿਹੜੀ ਆ ਦਿਸੀ ਆ, ਜਿਵੇਂ ਸਵੇਰੇ ਜਦੋਂ ਪੌ ਫਟਾਲਾ ਹੁੰਦਾ ਅਤੇ ਜਿਹੜੀਆਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਰਿਸ਼ਮਾਂ ਉਹ ਅੱਖਾਂ ਨੂੰ ਚਮਕ ਪੈਦਾ ਕਰਦੀਆਂ ਜੀ। ਇਹ ਚਮਕ ਪੈਦਾ ਹੁਣ ਹਨੇਰੇ 'ਚ ਇਸ ਤਰ੍ਹਾਂ ਹੋਈ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰ ਸਤਿਕਾਰਯੋਗ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੋਣਾ ਨੇ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੀ। ਕਮੇਟੀ ਦੇ ਵਿੱਚ ਭਾਈ ਨਰਾਇਣ ਸਿੰਘ ਚੌੜਾ ਵਰਗੇ ਸਿੱਖ ਸ਼ਾਮਲ ਆ, ਜਿਹੜੇ ਸਿੱਖ ਸੰਘਰਸ਼ ਨਾਲ ਸਿੱਧੇ ਤੌਰ 'ਤੇ 1978 ਤੋਂ ਅੱਜ ਤੱਕ 2019 ਤੱਕ ਲਗਾਤਾਰ ਜੁੜੇ ਹੋਏ ਆ। ਇਹਦੇ ਵਿਚਾਲੇ ਉਹਨਾਂ ਨੇ ਜੇਲ੍ਹਾਂ, ਤਸ਼ੱਦਦ ਅਤੇ ਹੋਰ ਸਰਕਾਰ ਦਾ ਹਰੇਕ ਤਰ੍ਹਾਂ ਦਾ ਜਬਰ ਜਿਹੜਾ ਬੜੇ ਤਗੜੇ ਹੋ ਕੇ ਜਰਿਆ ਅਤੇ ਸਬਰ 'ਤੇ ਅਡੋਲ ਰਹੇ ਜੀ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਕਰੀਬੀ ਅਤੇ ਉਹਨਾਂ ਦੇ ਵਕੀਲ ਸਰਦਾਰ ਅਮਰ ਸਿੰਘ ਚਾਲ, ਅਖਬਾਰ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਇੱਕ ਸਿੱਖ ਸਰਦਾਰ ਸੁਖਵਿੰਦਰ ਸਿੰਘ, ਸਰਦਾਰ ਸੰਤੋਖ ਸਿੰਘ ਦਾਬਾਵਾਲਾ ਤੋਂ ਗੁਰਦਾਸਪੁਰ ਇਲਾਕੇ ਤੋਂ ਜੀ। ਸੋ ਜਿੱਥੇ ਅੱਜ ਅਸੀਂ ਇਤਫਾਕਨ ਵਜੋਂ ਤੁਹਾਡਾ ਸਵਾਲ ਵੀ ਹੋ ਸਕਦਾ ਕਿ ਕਿਉਂ ਜੁੜੇ ਹੋ ਜਾਂ ਅਸੀਂ ਸਿੱਖ ਚੈਨਲ ਦੇ ਰਾਹੀਂ ਅੱਜ ਦੀ ਬੈਠਕ ਬਾਰੇ ਦੱਸਣਾ ਚਾਹੁੰਦੇ ਹਾਂ। ਅੱਜ ਦੀ ਅਸੀਂ ਇੱਕ ਹੁਣੇ ਪ੍ਰੈਸ ਕਾਨਫਰੰਸ ਕਰਕੇ ਹਟੇ ਹਾਂ, ਸਾਰੇ ਵੱਖ-ਵੱਖ ਮੀਡੀਆ ਦੇ, ਖਾਸ ਤੌਰ 'ਤੇ ਸਿੱਖਾਂ ਦੇ ਅਦਾਰੇ ਅਤੇ ਭਾਰਤੀ ਚੈਨਲਸ ਵੀ ਆਏ ਸਨ ਕਾਫੀ, ਉਹਦੇ 'ਚ ਗੱਲਬਾਤ ਹੋਈ ਆ ਜੀ। ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇੱਕ ਮਾਯੂਸੀ ਦੇ ਦੌਰ 'ਚੋਂ ਅਸੀਂ ਲੰਘ ਰਹੇ ਹਾਂ, ਇਹਦੇ ਬਸ਼ਰਤ ਇਸ ਦੇ ਬੇਸ਼ੱਕ ਅਸੀਂ ਲੰਮੇ ਸਮੇਂ ਤੋਂ ਜਦੋਂ ਤੋਂ ਖਾਲਸਾ ਪੰਥ ਹੋਂਦ ਵਿੱਚ ਆਇਆ ਚੜ੍ਹਦੀ ਕਲਾ ਦੇ ਬੋਲਬਾਲੇ ਸਦਾ ਰਹੇ ਆ ਅਤੇ ਜੇ ਮੈਦਾਨ ਦੇ ਵਿੱਚ ਕੋਈ ਡਿੱਗ ਪਵੇ ਅਤੇ ਉਹਨੇ ਸਦਾ ਡਿੱਗੇ ਨਹੀਂ ਰਹਿਣਾ ਹੁੰਦਾ, ਦੁਬਾਰਾ ਉੱਠਣਾ ਹੁੰਦਾ। ਇਹ ਉੱਠਣ ਦਾ ਵੇਲਾ ਸਾਡੇ ਜਥੇਦਾਰ ਸਾਹਿਬ ਵੱਲੋਂ ਪਹਿਲੀ ਕਾਲ ਆਈ ਆ, ਅਸੀਂ ਤੁਰ ਪਏ ਹਾਂ ਅਤੇ ਜ਼ਰੂਰੀ ਹੁੰਦਾ ਕਿ ਜਦੋਂ ਬਾਅਦ 'ਚ ਜਦੋਂ ਕੋਈ ਵੇਗ ਬਣ ਜਾਵੇ, ਕੋਈ ਲੀਹ ਪੈਦਾ ਹੋ ਜਾਵੇ, ਉਹਦੇ 'ਤੇ ਤਾਂ ਹਮਸਫਰ ਮਿਲ ਜਾਇਆ ਕਰਦੇ ਆ। ਜਦੋਂ ਗੱਲ ਤੋਰੀ ਜਾਵੇ ਤਾਂ ਉਦੋਂ ਭਰਾਵਾਂ ਦਾ ਹੱਥ ਫੜਨਾ, ਬਾਂਹ ਬਣਨਾ ਬੜੀ ਜ਼ਰੂਰੀ ਗੱਲ ਸੀ। ਅਸੀਂ ਸਾਰੇ ਨੌਜਵਾਨਾਂ ਨਾਲ ਗੱਲ ਕੀਤੀ। ਮੇਰੇ ਇਸ ਪਾਸੇ ਭਾਈ ਭੁਪਿੰਦਰ ਸਿੰਘ ਅੰਮ੍ਰਿਤਸਰ ਤੋਂ ਨੇ, ਜਿਨ੍ਹਾਂ ਨੇ ਸ਼ਿਵ ਸੈਨਾ ਨੂੰ ਚੰਗਾ ਝਾਠਾ ਛਕਾਇਆ ਅਤੇ ਉਹਨਾਂ ਦੀਆਂ ਅਸੀਂ ਪਿੱਠਾਂ ਵੇਖੀਆਂ ਸੀ ਭੱਜਦਿਆਂ ਦੀਆਂ, ਜੋ ਸੰਤ ਜੀ ਦਾ ਪੁਤਲਾ ਫੂਕਣ ਆਏ ਸਨ, ਪਰ ਉਹ ਆਪ ਬਚ ਕੇ ਭੱਜੇ ਅਤੇ ਇਕੱਲਾ ਸਿੱਖ ਸੀ ਜਦੋਂ 12-13 ਅੱਗੇ ਲਾਏ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਨੇ ਅਤੇ ਭਾਈ ਪਰਮਜੀਤ ਸਿੰਘ ਅਕਾਲੀ ਜਥਾ ਸਿਰ ਲੱਥ ਖਾਲਸਾ ਤੋਂ, ਭਾਈ ਗੁਰਸੇਵਕ ਸਿੰਘ ਭਾਣਾ ਆਏ ਆ, ਭਾਈ ਪੰਜਾਬ ਸਿੰਘ ਸੁਲਤਾਨਵਿੰਡ ਹੁਣੇ ਇੱਥੋਂ ਗਏ ਆ। ਸੋ ਇਸ ਤਰੀਕੇ ਨਾਲ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਇੱਕ ਜੁਟਤਾ ਦੇ ਰੂਪ 'ਚ ਵੱਖ-ਵੱਖ ਜਥੇਬੰਦੀਆਂ ਦੇ
ਆਗੂ ਨੇ ਜੀ ਪਰ ਇਸ ਪਾਸੇ ਅਸੀਂ ਇਹ ਨਹੀਂ ਸੋਚਦੇ ਵੀ ਕੌਣ ਕਿਹੜੀ ਜਥੇਬੰਦੀ 'ਚ ਕੌਣ ਵੱਡਾ ਕੌਣ ਛੋਟਾ, ਕਿਸ ਕੋਲ ਕਿੰਨਾ ਤਜਰਬਾ, ਉਹ ਸਾਰੀਆਂ ਗੱਲਾਂ ਮਨਫੀ। ਕੌਮ ਫਸਟ, ਅਸੀਂ ਕੌਮ ਦੀ ਗੱਲ ਕਰਨ ਵਾਲੇ ਇੱਕ ਬੜੇ ਮਾਮੂਲੀ ਜਿਹੇ ਬੰਦੇ ਆ, ਪਰ ਇੱਥੇ ਫਿਰ ਵੀ ਤੁਸੀਂ ਸਾਨੂੰ ਮੌਕਾ ਦਿੱਤਾ, ਅਸੀਂ ਗੱਲ ਕਰਨ 'ਚ ਹਾਜ਼ਰ ਹੋਏ ਹਾਂ ਜੀ। ਜੀ ਭਾਈ ਪਰਮਜੀਤ ਸਿੰਘ ਜੀ, ਜਿਵੇਂ ਯੂਥ ਜਿਹੜਾ ਆ ਉਸ ਦਾ ਬੜਾ ਵੱਡਾ ਅਹਿਮ ਰੋਲ ਹੁੰਦਾ ਹਰ ਇੱਕ ਮੋਰਚਾ ਜਿਹੜਾ ਆ ਉਸ ਦੀ ਸਕਸੈਸ ਦੇ ਵਿੱਚ। ਬਰਗਾੜੀ ਮੋਰਚਾ ਵੀ ਲੱਗਾ, ਬੜੀ ਸਪੋਰਟ ਜਿਹੜੀ ਆ ਉਹ ਮਿਲੀ। ਚਲੋ ਬੀਤੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਦੁਹਰਾਉਣਾ ਨਹੀਂ ਚਾਹੀਦਾ, ਅੱਗੇ ਵਾਸਤੇ ਜਿਹੜਾ ਕੁਝ ਬਿਹਤਰ ਕੀਤਾ ਜਾਵੇ ਉਸ ਦੇ ਉੱਤੇ ਧਿਆਨ ਕੇਂਦਰਿਤ ਜਿਹੜਾ ਆ ਉਹ ਹੋਣਾ ਚਾਹੀਦਾ ਆ। ਤੁਸੀਂ ਕਿਵੇਂ ਦੇਖਦੇ ਹੋ ਯੂਥ ਨੂੰ ਜਿਹੜਾ ਆਪਣੇ ਨਾਲ ਜੋੜਨ ਵਾਸਤੇ, ਜਿਵੇਂ ਅੱਜ ਪ੍ਰੈਸ ਕਾਨਫਰੰਸ ਵੀ ਹੋਈ ਆ, ਕੀ ਸੁਨੇਹਾ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਕਿ ਉਹ ਉੱਥੇ ਪਹੁੰਚਣ? ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਕੋਈ ਵੀ ਸੰਘਰਸ਼ ਜਿਹੜਾ ਵਾ ਉਹ ਨੌਜਵਾਨੀ ਦੇ ਸਿਰ ਤੇ ਹੀ ਲੜਿਆ ਜਾਂਦਾ ਜੀ। ਤੇ ਅੱਜ ਸਮਾਂ ਵੀ ਜਿਹੜਾ ਹੁਣ ਸਮਾਂ ਚੱਲ ਰਿਹਾ, ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਆਪਾਂ ਨੂੰ ਪਿੱਛੇ ਜਾਣ ਦੀ ਲੋੜ ਨਹੀਂ ਜੀ, ਆਪਾਂ ਫਿਊਚਰ ਦੀ ਗੱਲ ਕਰਦੇ ਹਾਂ। ਸੋ ਹੁਣ ਕਿਤੇ ਨਾ ਕਿਤੇ ਨੌਜਵਾਨੀ ਨੂੰ ਅੱਗੇ ਆਉਣ ਦੀ ਬਹੁਤ ਜ਼ਿਆਦਾ ਲੋੜ ਆ ਜੀ। ਜੇ ਸੱਚਮੁੱਚ ਅਸੀਂ ਦਿਲ ਦੇ ਵਿੱਚ ਦਰਦ ਰੱਖ ਕੇ ਤੇ ਕੌਮ ਦੇ ਭਲੇ ਦੀ ਗੱਲ ਕਰਦੇ ਹਾਂ ਤੇ ਇਹ ਸੋਚਦੇ ਹਾਂ ਵੀ ਕੌਮ ਕੁਛ ਲੈ ਡਿੱਗੇ ਜੀ, ਤੇ ਫਿਰ ਸਾਨੂੰ ਨੌਜਵਾਨੀ ਨੂੰ ਜਿਹੜੀ ਖਾਸ ਕਰਕੇ ਜਿਹੜੀ ਵਿਚਰ ਰਹੀ ਹੈ ਜ਼ਮੀਨੀ ਪੱਧਰ ਦੇ ਉੱਤੇ ਜਿਹੜੀ ਸਿਧਾਂਤਾਂ ਦੇ ਖੜੀ ਆ, ਪਹਿਰਾ ਦੇ ਰਹੀ ਆ, ਉਹ ਅੱਗੇ ਆਵੇ ਜੀ। ਉਹ ਅੱਗੇ ਆ ਕੇ ਤੇ ਅਗਵਾਈ ਵੀ ਕਰੇ। ਤੇ ਜਿਹੜੇ ਸਾਡੇ ਆਗੂ ਸਾਹਿਬਾਨ ਨੇ ਜਿਨ੍ਹਾਂ ਦੇ ਅਸੀਂ ਕੋਈ ਸ਼ੱਕ ਨਹੀਂ ਵੀ ਜਿਨ੍ਹਾਂ ਨੇ ਬੜੀਆਂ ਜ਼ਿਆਦੀਆਂ ਕੁਰਬਾਨੀਆਂ ਦਿੱਤੀਆਂ ਨੇ, ਸੰਘਰਸ਼ ਦੇ ਵਿੱਚ ਲੜੇ ਨੇ, ਉਹਨਾਂ ਨੂੰ ਨਾਲ ਲੈ ਕੇ, ਜਿਵੇਂ ਆਪਾਂ ਬੁੱਧੀਜੀਵੀਆਂ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਬੁੱਧੀਜੀਵੀ ਨੇ, ਜਿਹੜੇ ਸਾਡੇ ਸਿਆਣੇ ਬਜ਼ੁਰਗ ਨੇ, ਉਹਨਾਂ ਨੂੰ ਨਾਲ ਲੈ ਕਰਕੇ। ਪਰ ਨੌਜਵਾਨੀ ਨੂੰ ਅੱਜ ਲੋੜ ਆ। ਸੋ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਨੌਜਵਾਨੀ ਸਿੱਖ ਪੰਥ ਦੇ ਦਰਦ ਰੱਖਦੀ ਆ, ਜਿਹੜੀ ਸਿਧਾਂਤਾਂ ਦੇ ਖੜੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਆ, ਉਹ ਆ ਕੇ ਤੇ ਇਸ ਸੰਘਰਸ਼ ਦਾ ਹਿੱਸਾ ਬਣੇ ਜੀ। ਪਿੱਛੇ ਜਿਹੜਾ ਸਮਾਂ ਲੰਘ ਗਿਆ ਹੁਣ ਉਹਨੂੰ ਛੱਡ ਕੇ ਅਸੀਂ ਅੱਗੇ ਜਿਹੜਾ ਵਾ ਉਹਨੂੰ ਸਮੇਂ ਨੂੰ ਸਾਂਭ ਲਈਏ, ਤਾਂ ਹੀ ਜਿਹੜੀ ਸਾਡੀ ਕੋਈ ਨਾ ਕੋਈ ਪ੍ਰਾਪਤੀ ਜਿਹੜੀ ਉਹ ਤਾਂ ਹੀ ਹੋਣੀ ਹੈ ਜੀ। ਭਾਈ ਗੁਰਸੇਵਕ ਸਿੰਘ ਜੀ ਭਾਣਾ, ਤੁਸੀਂ ਉਸ ਇਲਾਕੇ ਦੇ ਵਿੱਚ ਰਹਿੰਦੇ ਹੋ ਜਿੱਥੇ ਬਰਗਾੜੀ ਮੋਰਚਾ ਚੱਲਿਆ। ਅੱਜ ਦੀ ਗੱਲ ਕੀਤੀ ਜਾਵੇ ਤਾਂ ਬੜੀ ਨਿਰਾਸ਼ਤਾ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ, ਪਰ ਹੁਣ ਕਿਵੇਂ ਦੇਖਦੇ ਹੋ ਉਧਰ ਦੇ ਯੂਥ ਨੂੰ, ਉਧਰ ਦੀ ਸੰਗਤ ਜਿਹੜੀ ਆ ਉਹ ਕਿਵੇਂ ਦੇਖ ਰਹੀ ਹੈ 27 ਤਰੀਕ ਦੀ ਜਿਹੜੀ ਮੀਟਿੰਗ ਹੈ ਉਸ ਨੂੰ? ਦੇਖੋ ਜੀ, ਬਰਗਾੜੀ ਮੋਰਚਾ ਜਿਹੜਾ ਲੱਗਾ ਉਹ ਬਹੁਤ ਚੜ੍ਹਦੀ ਕਲਾ ਨਾਲ ਲੱਗਾ ਜੀ। ਜਥੇਦਾਰ ਸਾਹਿਬ ਨੇ ਵੀ ਬਹੁਤ ਵੱਡੇ ਜਿਹੜੇ ਸੰਦੇਸ਼ ਦਿੱਤੇ ਜੀ, ਤੇ ਕੌਣ ਨੇ ਵੀ ਵੱਡੇ ਵੱਡੇ ਜਿਹੜੇ ਇਕੱਠ ਜੀ ਇਸ ਕਰਕੇ ਦਿੱਤੇ ਕਿ ਜਿਹੜਾ ਜਥੇਦਾਰ ਹੈ ਸਾਡਾ ਉਹ ਪੰਥ ਦੀ ਹੈ ਤਾਜ਼ਮਾਨੀ ਨੂੰ ਜਿਹੜਾ ਚੰਗੀ ਤਰ੍ਹਾਂ ਸਮਝਦਾ ਜੀ। ਤੇ ਅੱਜ ਦਾ ਜਿਹੜਾ ਮਾਹੌਲ ਵੇਖਿਆ ਜਾਵੇ ਇਲਾਕੇ ਦੇ ਵਿੱਚ, ਠੀਕ ਹੈ, ਜਿਹੜਾ ਇਹ ਅੱਜ ਜਿਹੜਾ 27 ਤਰੀਕ ਦਾ ਇਕੱਠ ਬੁਲਾਇਆ ਗਿਆ ਜੀ, ਉਹਦੇ ਵਿੱਚ ਜੇਕਰ ਵੇਖੀਏ ਇਲਾਕੇ ਦੀਆਂ ਸੰਗਤਾਂ, ਪੰਜਾਬ ਦੀਆਂ ਸੰਗਤਾਂ ਨੂੰ ਬਹੁਤਾ ਨਹੀਂ ਪਤਾ ਜੀ, ਕਿਉਂ ਕਰਕੇ ਜਿਹੜੀ ਇਹ ਮੀਟਿੰਗ ਬੁਲਾਈ ਗਈ ਆ ਜੀ, ਇਹ ਸਿਰਫ ਜਿਹੜੇ ਆ ਮਤਲਬ ਸਰਗਰਮ ਨੌਜਵਾਨ ਆ ਜਾਂ ਸਰਗਰਮ ਆਗੂ ਹੈਗੇ ਆ ਉਹਨਾਂ ਨੂੰ ਉੱਥੇ ਬੁਲਾਇਆ ਗਿਆ। ਆਮ ਸੰਗਤ ਦਾ ਜਿਹੜਾ ਇਕੱਠ ਨਹੀਂ ਬੁਲਾਇਆ ਗਿਆ ਵੀ ਉੱਥੇ ਬਾਹਲੀ ਇਕੱਠ ਭਰਨ ਦੀ ਲੋੜ ਨਹੀਂ ਆ। ਸੰਗਤ ਦੇ ਵਿੱਚ ਨਹੀਂ ਪਤਾ ਇਹ ਮੈਸੇਜ ਗਿਆ, ਇਹ ਜਿਹੜੇ ਆਗੂ ਸੀਗੇ ਜਾਂ ਜਿਹੜੇ ਸਰਗਰਮ ਨੌਜਵਾਨ ਸੀਗੇ ਉਹਨਾਂ ਤੱਕ ਮੈਸੇਜ ਗਏ ਆ ਭਾਈ ਵੀ ਵੱਧ ਤੋਂ ਵੱਧ ਉੱਥੇ ਜਿਹੜਾ ਪਹੁੰਚੋ ਜੀ। ਜੀ 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 ਭਾਈ ਰਣਜੀਤ ਸਿੰਘ ਜੀ, ਤੁਹਾਡੇ ਵੱਲ ਮੈਂ ਆਵਾਂ। ਤੁਹਾਡੇ ਤੋਂ ਮੈਂ ਜਾਣਨਾ ਚਾਹੂੰਗਾ ਕਿ ਮੁੱਖ ਤੌਰ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਸਿੱਖ ਕੌਮ ਦੀਆਂ ਕਿਹੜੀਆਂ ਉਹ ਮੰਗਾਂ ਹੈਗੀਆਂ ਨੇ ਜਿਨ੍ਹਾਂ ਨੂੰ ਮੁੱਖ ਰੱਖ ਕੇ ਮੀਟਿੰਗ ਵੀ ਹੋ ਰਹੀ ਹੈ ਕਿ ਇਹ ਪੂਰੀਆਂ ਹੋਣੀਆਂ ਚਾਹੀਦੀਆਂ, ਤੇ ਉਹਦੇ ਪਿੱਛੇ ਕਾਰਨ ਕੀ ਹੈ ਕਿ ਕਿਉਂ ਨਹੀਂ ਪੂਰੀਆਂ ਹੋ ਰਹੀਆਂ? ਜਥੇਦਾਰ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਰਬੱਤ ਖਾਲਸਾ ਜੀ ਵੱਲੋਂ ਥਾਪੇ ਗਏ ਸੀ ਜੀ, ਉਹਨਾਂ ਨੇ ਜਿਹੜਾ 1 ਜੂਨ 2018 ਨੂੰ ਬਰਗਾੜੀ ਮੋਰਚਾ ਆਰੰਭ ਕੀਤਾ ਸੀ, ਉਹਦੇ ਵਿੱਚ ਖਾਸ ਤੌਰ 'ਤੇ 3 ਮੰਗਾਂ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਨੇ ਉਹਨਾਂ ਦੇ ਦੋਸ਼ੀ ਪੂਰਨ ਤੌਰ 'ਤੇ ਫੜੇ ਜਾਣ, ਉਹਨਾਂ ਨੂੰ ਸਜ਼ਾਵਾਂ ਹੋਣ। ਇਸ ਤੋਂ ਇਲਾਵਾ ਜੋ ਦਹਾਕਿਆਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ ਬੰਦ ਨੇ, ਉਹਨਾਂ ਦੀਆਂ ਤੁਰੰਤ ਰਿਹਾਈਆਂ ਹੋਣ। ਤੀਜੀ ਮੰਗ ਇਹ ਸੀ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਬਹਿਬਲ ਕਲਾਂ ਅਤੇ ਬਰਗਾੜੀ ਦੇ ਵਿੱਚ ਗੋਲੀ ਚਲਾ ਕੇ 2 ਸਿੱਖਾਂ ਨੂੰ ਸ਼ਹੀਦ ਕੀਤਾ ਸੀ, ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਹੋਣ। ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਮੋਰਚਾ ਆਰੰਭ ਹੋਇਆ ਸੀ, ਤਕਰੀਬਨ ਅੱਧਾ ਸਾਲ ਇਹ ਜਿਹੜਾ ਮੋਰਚਾ ਹੈ ਉਹ ਭਖਿਆ। ਬਰਗਾੜੀ ਮੋਰਚੇ ਨੇ ਬਾਦਲਾਂ ਨੂੰ ਤਰੇੜੀਆਂ ਲਿਆ ਕੇ ਰੱਖ ਦਿੱਤੀਆਂ ਸੀ, ਇੱਥੋਂ ਤੱਕ ਕਿ ਜਿਹੜੇ ਕਾਂਗਰਸ ਜਾਂ ਬਾਦਲ ਦੇ ਰੈਲੀਆਂ ਵਾਲੇ ਇਕੱਠ ਸੀ ਉਹ ਵੀ ਇਕੱਠ ਬਰਗਾੜੀ ਦੇ ਇਕੱਠ ਅੱਗੇ ਫਿੱਕੇ ਪੈ ਗਏ ਸਨ ਜੀ। ਸੋ ਇਸ ਇਕੱਠ ਤੋਂ ਕੌਮ ਨੂੰ ਬੜੀਆਂ ਆਸਾਂ ਸਨ ਕਿ ਜਥੇਦਾਰ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਉਹ ਕੌਮ ਦੀ ਵੱਡੀ ਪ੍ਰਾਪਤੀ ਜਿਹੜੀ ਝੋਲੀ ਵਿੱਚ ਪਾਉਣਗੇ,
ਪਰ ਅਜਿਹਾ ਨਹੀਂ ਹੋ ਸਕਿਆ। ਇਹਦੇ ਵਿੱਚ ਕੀ ਅਸਲੀ ਕਾਰਨ ਨੇ ਉਹ ਤਾਂ ਜਥੇਦਾਰ ਆਪ ਹੀ ਜਵਾਬ ਦੇ ਸਕਦੇ ਆ ਕੌਮ ਨੂੰ। ਪਰ ਹਜੇ ਤੱਕ ਤਿੰਨਾਂ ਮੰਗਾਂ ਦੇ ਵਿੱਚੋਂ ਕੋਈ ਵੀ ਜਿਹੜੀ ਮੰਗ ਆ ਉਹ ਪੂਰਨ ਤੌਰ ਤੇ ਪੂਰੀ ਨਹੀਂ ਹੋ ਸਕੀ। ਸੋ ਬਰਗਾੜੀ ਮੋਰਚੇ ਦੇ ਕਰਕੇ ਖਤਮ ਹੋਣ ਕਰਕੇ ਜਿਹੜੀ ਨਿਰਾਸ਼ਾ ਪੈਦਾ ਹੋਈ ਹੈ, ਉਸ ਤੋਂ ਬਾਅਦ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਜੋ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਨੇ, ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਕਿ ਬਰਗਾੜੀ ਮੋਰਚੇ ਨੂੰ ਖਤਮ ਕਰਕੇ ਭਾਈ ਧਿਆਨ ਸਿੰਘ ਮੰਡ ਹੋਣਾ ਨੇ ਆਪ ਹੁਦਰੀ ਕਾਰਵਾਈ ਕੀਤੀ ਹੈ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ ਆ। ਇਹ ਸਿੱਖ ਕੌਮ ਦੀ ਤਰਜਮਾਨੀ ਨਹੀਂ ਕੀਤੀ ਗਈ। ਉਸ ਤੋਂ ਬਾਅਦ ਜਥੇਦਾਰ ਜੀ ਨੇ 5 ਮੈਂਬਰੀ ਜਿਹੜੀ ਕਮੇਟੀ ਥਾਪੀ ਆ। ਉਸ ਕਮੇਟੀ ਨੇ 27 ਜਨਵਰੀ ਨੂੰ ਚੰਡੀਗੜ੍ਹ ਦੇ 38B ਗੁਰਦੁਆਰਾ ਸਾਹਿਬ ਵਿਖੇ ਇਕੱਠ ਬੁਲਾਇਆ ਹੈ। ਉਸ ਇਕੱਠ ਦੇ ਵਿੱਚ ਅਸੀਂ ਸਮੂਹ ਸਿੱਖ ਜਥੇਬੰਦੀਆਂ ਦੇ ਨੌਜਵਾਨ ਵਰਕਰ ਪਹੁੰਚਣਗੇ ਤੇ ਆਸ ਕਰਦੇ ਹਾਂ ਕਿ ਜਿਹੜੀ 5 ਮੈਂਬਰੀ ਕਮੇਟੀ ਆ ਉਹ ਕੌਮ ਨੂੰ ਇੱਕ ਚੰਗਾ ਫੈਸਲਾ ਦੇਵੇਗੀ ਤੇ ਜਿੱਥੋਂ ਭਾਈ ਧਿਆਨ ਸਿੰਘ ਮੰਡ ਨੇ ਸੰਘਰਸ਼ ਛੱਡਿਆ ਆ ਉੱਥੋਂ ਸੰਘਰਸ਼ ਸ਼ੁਰੂ ਕਰਕੇ ਤੇ ਕੌਮ ਦੀ ਝੋਲੀ ਦੇ ਵਿੱਚ ਕਈ ਪ੍ਰਾਪਤੀਆਂ ਪਾਉਣਗੇ। ਜੀ ਭਾਈ ਭੁਪਿੰਦਰ ਸਿੰਘ ਜੀ, ਤੁਸੀਂ ਇਸ 27 ਤਰੀਕ ਦਾ ਜਿਹੜਾ ਇਕੱਠ ਆ ਜਾਂ ਮੀਟਿੰਗ ਕਹਿ ਲਿਆ ਜਾਵੇ, ਉਸ ਨੂੰ ਕਿਵੇਂ ਦੇਖ ਰਹੇ ਹੋ ਕਿ ਇਹ ਜਿਹੜਾ ਮੀਟਿੰਗ ਆ ਇਸ ਤੋਂ ਬਾਅਦ ਦੇ ਵਿੱਚ ਕੁਝ ਚੰਗੇ ਨਤੀਜੇ ਜਿਹੜੇ ਆ ਉਹ ਨਿਕਲ ਸਕਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋ ਸਕਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਇਹਨੂੰ ਤੇ ਆਪਾਂ ਪੋਜ਼ਿਟਿਵ ਹੀ ਦੇਖਦੇ ਹਾਂ ਜੀ। ਪੋਜ਼ਿਟਿਵ ਇਸ ਤਰ੍ਹਾਂ ਹੈ ਕਿ ਬਰਗਾੜੀ ਮੋਰਚੇ ਤੋਂ ਬਾਅਦ ਕਿਸੇ ਵੀ ਮਤਲਬ ਲੈਵਲ ਦੇ ਉੱਤੇ ਕੋਈ ਵੀ ਨਿਰਾਸ਼ਾ ਇੰਨੀ ਹੋ ਗਈ ਕਿ ਹਰੇਕ ਸਿੱਖ ਜਿਹੜਾ ਆਪਣੇ ਘਰ ਬਹਿ ਗਿਆ। ਹੁਣ ਸਮੁੰਦਰ ਦੇ ਵਿੱਚ ਫਸੇ ਜਿਹੜੇ ਸਿੱਖ ਮੰਨ ਲਓ ਕਿ ਕਿਸੇ ਪਾਸੇ ਕੋਈ ਕਿਨਾਰਾ ਨਜ਼ਰ ਨਹੀਂ ਆਇਆ, ਔਰ ਸਾਡੇ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਨੇ ਕੌਮ ਨੂੰ ਨਿਰਾਸ਼ਾ ਚੋਂ ਕੱਢਣ ਵਾਸਤੇ ਇੱਕ ਕਦਮ ਫੇਰ ਉਠਾਇਆ ਔਰ ਸਾਰੀ ਸਿੱਖ ਕੌਮ ਨੂੰ ਮਤਲਬ ਉਹ ਆਪ ਬਣੇ ਹੋਏ ਜਥੇਦਾਰ ਨਹੀਂ, ਉਹਨਾਂ ਨੂੰ ਕੌਮ ਨੇ ਜਥੇਦਾਰ ਬਣਾਇਆ। ਉਹ ਜਥੇਦਾਰ ਉਹੀ ਹੁੰਦਾ ਜਿਹਦੇ ਮਗਰ ਕੌਮ ਹੋਵੇ ਤੇ ਕੌਮ ਉਹਨਾਂ ਦੇ ਮਗਰ ਖੜੀ ਏ। ਉਸ ਹਰੇਕ ਸਿੱਖ ਦਾ ਉੱਥੇ ਜਾਣਾ ਬਣਦਾ ਏ, ਉਹਨਾਂ ਦੇ ਵਿਚਾਰ ਸੁਣਨੇ ਬਣਦੇ ਨੇ। ਇਹ ਨਹੀਂ ਹੈਗਾ ਕਿ ਬਰਗਾੜੀ ਮੋਰਚਾ ਜੇ ਸਾਨੂੰ ਅਸਫਲਤਾ ਮਿਲੀ ਹੈ ਤੇ ਆਪਾਂ ਘਰ ਬਹਿ ਜਾਈਏ। ਘਰ ਬਹਿਣ ਦੇ ਨਾਲ ਕੋਈ ਹੱਲ ਨਹੀਂ ਹੋਣਾ। ਜੇ ਕੋਈ ਪਹਿਲਵਾਨ ਕਿਸੇ ਕੁਰਸੀ ਦੇ ਵਿੱਚ ਹਾਰ ਜਾਂਦਾ ਹੈ ਤੇ ਉਹ ਘਰ ਨਹੀਂ ਬਹਿ ਜਾਂਦਾ, ਦੂਣੀ ਤਿਆਰੀ ਕਰਕੇ ਆਉਂਦਾ ਵਾ। ਤੇ ਪਿਛਲੀਆਂ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲੋਂ, ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਅਸੀਂ ਗਾਂਹ ਨੂੰ ਵਧਣਾ ਵਾ ਔਰ ਅਸੀਂ ਇਹਨੂੰ ਬਹੁਤ ਹੀ ਸੁਚੱਜੇ ਤਰੀਕੇ ਦੇ ਨਾਲ ਦੇਖ ਰਹੇ ਹਾਂ। ਔਰ ਸਾਨੂੰ ਗੁਰੂ ਪਾਤਸ਼ਾਹ ਦੇ ਉੱਤੇ ਆਸ ਹੈ ਕਿ ਇਸ ਮੀਟਿੰਗ ਦੇ ਵਿੱਚ ਕੋਈ ਨਾ ਕੋਈ ਵਧੀਆ ਸਿੱਟੇ ਜਿਹੜੇ ਨਿਕਲਣਗੇ ਔਰ ਫਿਰ ਆਪਾਂ ਤਿਆਰੀ ਕਰਕੇ ਨੌਜਵਾਨ ਅੱਗੇ ਹੋਣਗੇ ਤੇ ਬੁੱਧੀਜੀਵੀ ਵਰਗ ਜਿਹੜੀ 5 ਮੈਂਬਰੀ ਕਮੇਟੀ ਚੁਣੀ ਹੈ ਇਹ ਸਾਨੂੰ ਰਸਤਾ ਵਿਖਾਉਣਗੇ ਤੇ ਨੌਜਵਾਨ ਅੱਜ ਵੀ ਸ਼ਹਾਦਤਾਂ ਦੇਣ ਵਾਸਤੇ ਤਿਆਰ ਨੇ ਔਰ ਕੁਝ ਵੀ ਕਰਨ ਵਾਸਤੇ ਤਿਆਰ ਨੇ, ਤਿਆਰ ਨੇ। ਔਰ ਇਹ ਅਸੀਂ ਸੋਚਦੇ ਹਾਂ ਕਿ ਇਹ ਜਿਹੜੀ ਨਵੀਂ ਆਪਣੀ ਮੀਟਿੰਗ ਜਿਹੜੀ 27 ਤਰੀਕ ਨੂੰ ਐਲਾਨ ਕੀਤੀ ਗਈ ਹੈ, ਇਹਦੇ ਵਿੱਚ ਗੁਰੂ ਪਾਤਸ਼ਾਹ ਮਿਹਰ ਕਰਨ ਕੁਝ ਨਾ ਕੁਝ ਚੰਗਾ ਨਿਕਲ ਕੇ ਜ਼ਰੂਰ ਆਏਗਾ। ਜੀ ਭਾਈ ਪੱਪਲਪ੍ਰੀਤ ਜੀ, ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਇਸ ਜਿਹੜੀ ਮੀਟਿੰਗ ਹੈ ਇਸ ਦੀ ਕੀ ਰੂਪ ਰੇਖਾ ਹੈ? ਉੱਥੇ ਕੀ ਇਕੱਠ ਦਿਖਾਉਣ ਦੀ ਕੋਸ਼ਿਸ਼ ਆ ਜਾਂ ਉੱਥੇ ਹੋ ਕੀ ਰਿਹਾ ਹੈ? ਕਿਉਂਕਿ ਬਹੁਤਿਆਂ ਨੂੰ ਇਹ ਪਤਾ ਹੀ ਨਹੀਂਗਾ ਕਿ 27 ਤਰੀਕ ਨੂੰ ਉੱਥੇ ਮੀਟਿੰਗ ਕਿਸ ਤਰ੍ਹਾਂ ਦੀ ਆ। ਵੇਖੋ ਜੀ, ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਨੇ ਪਹਿਲਾਂ ਕਹੀਆਂ ਕਿ ਬਰਗਾੜੀ ਮੋਰਚੇ ਦੀਆਂ ਮੁੱਖ ਮੰਗਾਂ ਉਸੇ ਦੇ ਦੁਆਲੇ ਉਹਨੂੰ ਕੇਂਦਰ ਬਿੰਦੂ ਮੰਨ ਕੇ ਗੱਲਾਂ ਘੁੰਮਣੀਆਂ ਨੇ। ਹੋਰ ਇਕੱਠ ਪਾਉਣ ਦੀ ਕੋਸ਼ਿਸ਼, ਕਿਉਂਕਿ ਪੰਥ 'ਚ ਬੜੀ ਤਾਕਤ ਹੈ, ਉਹ ਸਮੇਂ-ਸਮੇਂ ਤੇ ਪ੍ਰਗਟ ਹੁੰਦੀ ਆ, ਵੱਖ-ਵੱਖ ਸਮਿਆਂ ਦੇ ਪਿੱਛੇ ਵੀ ਹੋਈ ਆ, ਅਗਾਂਹ ਵੀ ਹੋਣੀ ਆ। ਚਾਹੇ ਉਹ ਸਰਬੱਤ ਖਾਲਸਾ ਦੇ ਰੂਪ 'ਚ ਹੋਵੇ, ਚਾਹੇ ਉਹ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣ ਦਾ ਵੇਲਾ ਹੋਵੇ, ਜਾਂ ਹੋਰ ਮੌਕੇ ਵੀ ਬਣੇ ਉਹਨਾਂ ਸਮਿਆਂ ਦੇ ਉੱਤੇ, ਜਾਂ ਹੁਣ ਵੀ ਬਰਗਾੜੀ ਮੋਰਚੇ ਦੀ ਜਦੋਂ ਚੜ੍ਹਤ ਸੀ ਉਸ ਵੇਲੇ ਵੀ ਉਹ ਮੌਕਾ ਬਣਿਆ। ਮੈਂ ਕੁਝ ਕੁ ਗੱਲਾਂ ਹੋਰ ਵਿਸ਼ੇਸ਼ ਕਰਨੀਆਂ ਚਾਹੁੰਦਾ ਕਿ ਮੌਕੇ ਦੀ ਜਿਹੜੀ ਕੈਪਟਨ ਸਰਕਾਰ ਆ ਉਹਦੇ ਤੇ ਸਿੱਖਾਂ ਦੇ ਕਿਸੇ ਵੀ ਮੋਰਚੇ, ਕਿਸੇ ਵੀ ਸੰਘਰਸ਼ ਦਾ ਇੰਨਾ ਜ਼ਬਰਦਸਤ ਦਬਾਅ ਹੋਣਾ ਚਾਹੀਦਾ ਕਿ ਜਦੋਂ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਚੋਂ ਇੱਕ ਜਾਂ ਹੋਰ ਵੀ ਦੋਸ਼ੀ, ਜਿਵੇਂ ਕਿ ਨਾਮ ਲੈਣਾ ਹੋਵੇ ਤਤਕਾਲੀ SSP ਚਰਨਜੀਤ ਸ਼ਰਮਾ, ਉਹ ਹਾਈ ਕੋਰਟ ਚੋਂ ਸਟੇ ਲੈ ਕੇ ਜਾਂਦਾ ਤਾਂ ਉੱਥੇ ਜਿਹੜੀ ਸਰਕਾਰ ਸੀ ਮੌਕੇ ਦੀ ਉਹ ਆਪਣਾ ਕੋਈ ਪੱਖ ਜਿਹੜਾ ਸਾਹਮਣੇ ਨਹੀਂ ਰੱਖਦੀ। ਇੱਕ ਉਦਾਹਰਣ ਆਏ, ਮਾਮੂਲੀ ਉਦਾਹਰਣ। ਇਸ ਤੋਂ ਅੱਗੇ ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਗ੍ਰਿਫਤਾਰੀਆਂ ਹੋਈਆਂ, ਜਿਹੜੇ ਪੰਜਾਬ ਪੁਲਿਸ ਦੇ ਇੱਕ ਆਫੀਸਰ ਖਾਸ ਤੌਰ ਤੇ ਜਿਹੜੇ ਖੱਟੜਾ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਟੀਮ ਨੇ ਕੁਝ ਚੰਗੇ ਕੰਮ ਕੀਤੇ ਤਾਂ ਦੋਸ਼ੀ ਜਿਹੜੇ ਸਾਹਮਣੇ ਆਏ ਉਹਨਾਂ ਨੂੰ ਜੇਲ੍ਹ 'ਚ ਸੁੱਟਿਆ। ਪਰ ਇਸ ਦੇ ਬਾਵਜੂਦ ਕੀ ਰਹਿੰਦਾ? ਸਾਰੀ ਗੱਲ ਦਾ ਸੂਤਰਧਾਰ ਮੰਨਿਆ ਜਾਂਦਾ ਕਿ ਉਹ ਡੇਰਾ ਸਿਰਸੇ ਦਾ ਮੁਖੀ, ਬਲਾਤਕਾਰੀ ਮੁਖੀ, ਜਿਸ ਨੂੰ ਹੁਣ ਦੁਬਾਰਾ ਕਤਲ ਦੇ ਵਿੱਚ ਵੀ ਸਜ਼ਾ ਉਮਰ ਕੈਦ ਹੋ ਕੇ ਹਟੀ ਆ, ਜਿਹੜਾ ਰਾਮ ਰਹੀਮ ਜਿਸ ਦਾ ਨਾਮ ਹੈ, ਉਹ ਮਾਸਟਰਮਾਈਂਡ ਹੋਵੇ
ਬੇਅਦਬੀ ਦੇ ਇਹਨਾਂ ਸਾਰੀਆਂ ਲੜੀਵਾਰ ਘਟਨਾਵਾਂ ਦਾ ਜੀ ਉਸ ਨੂੰ ਸੰਬੰਧਿਤ ਥਾਵਾਂ ਬਾਰੇ 1 ਘੰਟਾ ਵੀ ਪੁੱਛਗਿੱਛ ਨਾ ਹੋਵੇ, ਉਸ ਦੀ ਜਿਹੜੀ ਸਾਥਣ ਆ ਉਸ ਤੋਂ ਕੋਈ ਨਾ ਹੋਵੇ, ਜਿਹੜੇ ਡੇਰੇ ਦੀ ਇੱਕ ਕਮੇਟੀ ਆ 51 ਮੈਂਬਰੀ ਸ਼ਾਇਦ ਉਹਨੂੰ ਕਹਿੰਦੇ ਆ ਜਾਂ ਹੋਰ ਵੀ ਹੋਣਗੀਆਂ ਗੁਪਤ ਉਹਨਾਂ ਤੋਂ ਕੋਈ ਪੁੱਛਗਿੱਛ ਨਾ ਹੋਵੇ। ਇੱਕ ਇਹ ਗੱਲਾਂ। ਅਗਲੀ ਗੱਲ ਕਿ ਜਿਹੜੀਆਂ ਰਿਹਾਈਆਂ ਕੇਂਦਰ ਦੇ ਹੱਥ ਆ ਜਾਂ ਹੋਰਾਂ ਸੂਬਿਆਂ ਦੇ ਹੱਥ ਆ, ਜਿਵੇਂ ਭਾਈ ਹਰਨੇਕ ਸਿੰਘ ਪੱਪ ਹੁਣਾਂ ਦੀ ਰਿਹਾਈ ਦਾ ਐਂ ਲੱਗਾ ਜਿਵੇਂ ਅੱਜ ਹੋ ਜਾਣੀ ਆ ਤੇ ਉਹਨਾਂ ਨੂੰ ਪੰਜਾਬ ਲੈ ਆਉਣਾ, ਰਿਹਾਈ ਬਾਅਦ 'ਚ ਹੋਣੀ ਸੀ, ਇੱਕ ਵਾਰੀ ਜੇਲ੍ਹ ਤਬਦੀਲੀ ਹੋਣੀ ਸੀ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੁਣਾਂ ਦਾ ਨਾਮ ਲੈ ਕੇ ਇਹ ਪ੍ਰੈਸ ਕਾਨਫਰੰਸ ਜਾਂ ਹੁਣ ਦਾ ਵੀ ਪ੍ਰੋਗਰਾਮ ਸਾਡਾ ਸ਼ੁਰੂ ਹੋਇਆ, ਜਾਂ ਉਹਨਾਂ ਦੇ ਸੱਦੇ ਤੇ ਅਸੀਂ 27 ਨੂੰ ਸਾਰੇ ਚੰਡੀਗੜ੍ਹ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਜਥੇਦਾਰ ਸਾਹਿਬ ਦੀ ਜੇਲ੍ਹ ਤਬਦੀਲੀ ਚੰਡੀਗੜ੍ਹ ਹੋਵੇ ਜਾਂ ਪੰਜਾਬ ਹੋਵੇ, ਹੁਣ ਚਾਹੀਦਾ ਤਾਂ ਪੰਜਾਬ ਆ, ਪੰਜਾਬ ਦੇ ਬਸ਼ਿੰਦੇ ਨੇ ਉਹ। ਸੋ ਇੱਥੇ ਗੱਲ ਕਿ ਪੰਜਾਬ ਦਾ ਮੁੱਖ ਮੰਤਰੀ ਜਾਂ ਕਹਿ ਲਓ ਇੱਥੋਂ ਦਾ ਖਾਸ ਤੌਰ ਤੇ ਜਿਹੜੀ ਹੋਮ ਮਿਨਿਸਟਰੀ ਆ, ਗ੍ਰਹਿ ਵਿਭਾਗ ਆ, ਉਹਦੀ ਇੱਛਾ ਸ਼ਕਤੀ ਬੜਾ ਅਸਰ ਰੱਖਦੀ ਆ, ਜੇਲ੍ਹ ਮੰਤਰੀ ਦੀ ਇੱਛਾ ਸ਼ਕਤੀ ਬੜਾ ਅਸਰ ਰੱਖਦੀ ਆ, ਬਸ਼ਰਤੇ ਉਹਨਾਂ ਦੇ ਵਿੱਚ ਬੜੀ ਪਾਕੀਜ਼ਗੀ ਹੋਵੇ, ਕੋਈ ਪਵਿੱਤਰਤਾ ਹੋਵੇ ਕਿ ਉਹ ਉਸ ਪਵਿੱਤਰਤਾ ਦੇ ਨਾਲ, ਨਿਰਮਲ ਮਨ ਦੇ ਨਾਲ ਕੋਈ ਇਸ ਤਰ੍ਹਾਂ ਗੱਲ ਨੂੰ ਅੱਗੇ ਲੈ ਕੇ ਆਉਣ। ਕਿਉਂਕਿ ਸਾਡੀਆਂ ਜਿਹੜੀਆਂ ਗੱਲਾਂ ਬਹੁਤ ਵਾਜਬ ਨੇ, ਮੈਂ ਇੱਕ ਸਿੱਖ ਦਾ ਨਾਮ ਲਵਾਂ, ਦੁਬਾਰੇ ਪਹਿਲਾਂ ਵੀ ਲੈ ਹਟਿਆ, ਭਾਈ ਗੁਰਦੀਪ ਸਿੰਘ ਖੈੜਾ, ਜੱਲੂਪੁਰ ਖੈੜਾ ਰਈਏ ਲਾਗੇ ਪਿੰਡ ਹੈ ਉਹਨਾਂ ਦਾ। ਇੰਨੀ ਦਿਨੀ 42 ਦਿਨਾਂ ਪਰੋਲ ਤੇ ਆਏ ਹੋਏ ਆ, ਮਿਡ ਫਰਵਰੀ ਦੇ ਵਿੱਚ ਉਹ ਵਾਪਸ ਜਾ ਰਹੇ ਆ। ਉਹ ਸਿੱਖ ਨੂੰ ਇਸ ਵਾਰ 29ਵਾਂ ਸਾਲ ਲੱਗ ਗਿਆ ਜੇਲ੍ਹਾਂ ਦੇ ਵਿੱਚ, 29 ਸਾਲਾਂ ਤੋਂ ਬੰਦ ਨੇ ਜੇਲ੍ਹਾਂ 'ਚ। ਇਹ ਗੱਲਾਂ ਬੜੀਆਂ ਵਾਜਬ ਨੇ ਸਾਡੇ। ਉਹ ਮੈਂ ਮੰਨਦਾ ਕਿ 92 ਤੋਂ ਫੜੇ ਹੋਏ ਆ, 93 'ਚ ਜਿਹੜਾ ਬੱਚਾ ਜੰਮਿਆ ਹੋਊਗਾ ਉਹਦਾ ਵਿਆਹ ਹੋ ਗਿਆ, ਉਹਦੇ ਬੱਚੇ ਹੋ ਚੁੱਕੇ ਅੱਗੇ, ਪਰ ਸਿੱਖ ਦੀ ਜ਼ਿੰਦਗੀ ਉੱਥੇ ਖੜ ਗਈ। ਸੋ ਇਹ ਗੱਲਾਂ ਬੜੀਆਂ ਵਾਜਬ ਨੇ। ਸਿੱਖ ਐਵੇਂ ਰੌਲਾ ਨਹੀਂ ਪਾਉਂਦੇ। ਇਹ ਇਨਸਾਫ ਪਸੰਦ ਜਿਹੜੇ ਹੋਰ ਧਰਮ ਨੇ ਉਹ ਸਾਰੇ ਇਸ ਗੱਲ ਨੂੰ ਸੁਣਨ, ਚਾਹੇ ਉਹ ਸਾਡੇ ਪੰਜਾਬ 'ਚ ਵਸਦਾ ਹਿੰਦੂ ਭਾਈਚਾਰਾ ਹੋਵੇ, ਫਿਰਕੂ ਕੁਝ ਚੰਦ ਫਿਰਕੂਆਂ ਨੂੰ ਛੱਡ ਕੇ, ਜਿਨ੍ਹਾਂ ਦੀ ਗੱਲ ਭਾਈ ਭੁਪਿੰਦਰ ਸਿੰਘ ਹੁਣਾਂ ਦੇ ਰਾਹੀਂ ਆਪਾਂ ਕੀਤੀ ਆ, ਉਹ ਬਹੁਤ ਥੋੜ੍ਹੇ ਆ। ਉਸ ਤੋਂ ਇਲਾਵਾ ਜਿਹੜੇ ਹੋਰ ਹਿੰਦੂ ਭਰਾ ਨੇ ਉਹ, ਜਾਂ ਮੁਸਲਮਾਨ ਭਾਈਚਾਰਾ, ਜਾਂ ਭਾਰਤ ਦਾ ਕੁੱਲ ਮਿਲਾ ਕੇ ਜਿਹੜੇ ਇਨਸਾਫ ਪਸੰਦ ਭਾਈਚਾਰੇ ਨੇ, ਜਾਂ ਕਹਿ ਲਓ ਹੋਰ ਵੀ ਜਿਹੜੇ ਵੱਖ-ਵੱਖ ਧਰਮ ਨੇ, ਉਹ ਇਸ ਗੱਲ ਨੂੰ ਵੇਖਣ ਕਿ ਸਿੱਖ ਕਿਉਂ ਇਸ ਤਰ੍ਹਾਂ ਧੱਕੀਦੇ ਜਾ ਰਹੇ ਆ ਤੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦਾ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ। ਇਹ ਸਭ ਕੁਝ ਦੇ ਲਈ ਸਿੱਖ ਤਾਂ ਯਤਨ ਕਰਦੇ ਆ, ਜਿਵੇਂ 27 ਜਨਵਰੀ ਨੂੰ ਕਰਨਗੇ। ਹੁਣ ਗੱਲ ਇਹ ਆ ਕਿ ਉਹਦੇ ਵਿੱਚ ਇੱਕ ਜ਼ਬਰਦਸਤ ਦਬਾਅ ਪੈਦਾ ਹੋਣ ਦੀ ਸਮਰੱਥਾ ਚਾਹੀਦੀ ਆ। ਇੱਕ ਗੱਲ ਹੁੰਦੀ ਆ ਕਿ ਜਿਵੇਂ ਪ੍ਰੈਸ਼ਰ ਕੁੱਕਰ ਹੁੰਦਾ, ਉਹਦੀ ਵਿਸਲ ਪੁੱਟ ਦਿਓ ਤੇ ਵਿਸਲ ਪੁੱਟੀ ਗਈ ਆ ਬਰਗਾੜੀ ਮੋਰਚੇ ਦੇ ਅੰਤ ਦੇ ਨਾਲ। ਉਹ ਜਿਹੜਾ ਪ੍ਰੈਸ਼ਰ ਬਣਿਆ ਸੀ ਉਹ ਪ੍ਰੈਸ਼ਰ ਜਿਹੜਾ ਜਾਂਦਾ ਰਿਹਾ ਵਾ। ਸੋ ਸਰਕਾਰਾਂ ਤੋਂ ਕੋਈ ਬਹੁਤੀ ਆਸ ਰੱਖਣੀ, ਕਿਸੇ ਦੇ ਲਾਰੇ 'ਚ ਆ ਜਾਣਾ, ਕਿਸੇ ਦੇ ਝਾਪੇ 'ਚ ਆ ਜਾਣਾ, ਕਿਸੇ ਦੀਆਂ ਗੱਲਾਂ 'ਚ ਆ ਜਾਣਾ, ਇੰਜ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਕੋਈ ਲਿਖਤੀ ਰੂਪ ਦੇ ਵਿੱਚ ਤੁਹਾਨੂੰ ਭਰੋਸਾ ਨਹੀਂ ਦਿੰਦਾ, ਬਸ਼ਰਤੇ ਉਹ ਤੋਂ ਵੀ ਮੁੱਕਰ ਜਾਂਦੇ ਆ, ਪਰ ਜਿੰਨਾ ਚਿਰ ਸਾਡੇ ਸਾਹਮਣੇ ਨਹੀਂ ਆਉਂਦੀ ਕੋਈ ਗੱਲ ਵੀ ਹਾਂਜੀ ਇਹ ਰਹੀਆਂ ਹੋ ਰਹੀਆਂ ਜੀ, ਡੇਰਾ ਸਿਰਸਾ ਮੁਖੀ ਨੂੰ ਪੁੱਛਗਿੱਛ ਹੋ ਚੁੱਕੀ ਆ, ਫਿਰ ਤਾਂ ਆਪਾਂ ਕੋਈ ਗੱਲ ਕਰੀਏ। ਸੋ ਅਜੇ ਬਹੁਤ ਕੁਝ ਸਫ਼ਰ ਤੈਅ ਕਰਨਾ ਬਾਕੀ ਆ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਇਸ 5 ਮੈਂਬਰੀ ਕਮੇਟੀ ਨੂੰ ਵੀ ਪੂਰੀ ਤਰ੍ਹਾਂ, ਪਹਿਲਾਂ ਤੋਂ ਵੀ ਜ਼ਿਆਦਾ, ਉਹ ਜਥੇਦਾਰ ਸਾਹਿਬਾਨਾਂ ਕੋਲੋਂ ਜਿਹੜੀਆਂ ਘਾਟਾਂ ਰਹਿ ਗਈਆਂ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਹੋਣ, ਜਥੇਦਾਰ ਭਾਈ ਧਿਆਨ ਸਿੰਘ ਮੰਡ ਹੋਣ, ਜਿਹੜੀਆਂ ਘਾਟਾਂ ਰਹਿ ਗਈਆਂ ਉਹ ਘਾਟਾਂ ਨੂੰ ਅੱਗੇ ਬਿਲਕੁਲ ਉਸ ਚੀਜ਼ ਨੂੰ ਭਰਨ ਵਾਸਤੇ ਅੱਗੇ ਕਦਮ ਰੱਖਣ ਦੀ ਲੋੜ ਆ। ਜੀ ਕਹਿਣ ਤੋਂ ਭਾਵ ਕਿ ਜਿਹੜੀ 27 ਵਾਲੀ ਮੀਟਿੰਗ ਆ, ਇਸ ਦੇ ਵਿੱਚ ਰੂਪਰੇਖਾ ਤਿਆਰ ਕੀਤੀ ਜਾਏਗੀ ਕਿ ਅੱਗੇ ਕਰਨਾ ਕੀ ਹੈ? ਬਿਲਕੁਲ ਹਰੇਕ ਬੰਦੇ ਨੂੰ ਆਪਣਾ ਵਿਚਾਰ ਰੱਖਣ ਦਾ ਹੱਕ ਦੇਣਾ ਚਾਹੀਦਾ ਜੀ, ਖਾਸ ਤੌਰ ਤੇ ਨੌਜਵਾਨੀ ਨੂੰ ਨੁਮਾਇੰਦਗੀ ਦੇ ਵਿੱਚ ਜਿੰਨਾ ਬਣਦਾ ਹਿੱਸਾ। ਜਿਵੇਂ ਸਿੰਘ ਹੁਣਾਂ ਨੇ ਕਿਹਾ ਕਿ ਕੋਈ ਵੀ ਸੰਘਰਸ਼ ਨੌਜਵਾਨਾਂ ਦੇ ਸਿਰ ਲੜਿਆ ਜਾਂਦਾ ਜਾਂ ਅੱਗੇ ਵਧਿਆ ਜਾਂਦਾ, ਉਹਦੇ ਪਿੱਛੇ ਮੈਂ ਵੀ ਮੰਨਦਾ ਕਿ ਇੱਕ ਬਜ਼ੁਰਗਾਂ ਦੀ ਸੇਧ ਵੀ ਹੁੰਦੀ ਹੈ, ਜਿਹਨਾਂ ਕੋਲ ਤਜਰਬਾ ਹੁੰਦਾ। ਉਹ ਬਿਲਕੁਲ ਉਹ ਆਪਣੀ ਥਾਂ ਕੰਮ ਕਰਨ, ਨੌਜਵਾਨ ਆਪਣੀ ਥਾਵਾਂ ਕਰਨ। ਹੁਣ ਅਸੀਂ ਕੌਮ ਦੀ ਗੱਲ, ਜਿਵੇਂ ਹੁਣ ਸਿੱਖ ਚੈਨਲ ਦੇ ਰਾਹੀਂ ਕੌਮ ਤਾਂ ਹੀ ਰੱਖ ਰਹੇ ਹਾਂ ਬਿਲਕੁਲ। ਸੋ ਇਸ ਤਰ੍ਹਾਂ ਤੁਸੀਂ ਵੀ ਸਾਡੀ ਆਉਣ ਵਾਲੇ ਸਮੇਂ 'ਚ ਬਾਂਹ ਬਣਨੀ ਆ। ਪਹਿਲਾਂ ਵੀ ਬਰਗਾੜੀ ਮੋਰਚਾ 'ਚ ਲਗਾਤਾਰ ਜਾਂਦੇ ਰਹੇ ਹੋ, ਅਗਾਂਹ ਵੀ। ਸੋ ਇਹ ਸਾਰਿਆਂ ਨੇ ਰਲ ਮਿਲ ਕੇ, ਕਿਉਂਕਿ ਇਹ ਕਿਸੇ ਇੱਕ ਇਨਸਾਨ ਦੀ ਗੱਲ ਨਹੀਂ, ਬਿਲਕੁਲ ਜਥੇਦਾਰ ਸਾਹਿਬ ਕੋਲ ਅਗਵਾਈ ਜ਼ਰੂਰ ਆ, ਪਰ ਉਹਨਾਂ ਦੇ ਉੱਤੇ ਕਿੰਨਾ ਹੈ ਇਸ ਚੀਜ਼ ਦਾ ਕਿ ਉਹਨਾਂ ਨੇ ਸਾਰਿਆਂ ਦਾ ਧਿਆਨ ਰੱਖਣਾ, ਕਿਵੇਂ ਅੱਗੇ ਲੈ ਕੇ ਜਾਣਾ। ਇਸ ਵੇਲੇ ਤਾਂ ਦੌਰ ਇਹ ਬਣਿਆ ਹੋਇਆ ਕਿ ਮਜੂਸੀ ਚੋਂ ਫਿਲਹਾਲ ਕੱਢ ਰਹੇ ਆ। ਸਾਨੂੰ ਸੱਦਾ ਆਇਆ, ਤਕਰੀਬਨ ਜਨਤਕ ਹੋ ਗਿਆ ਸੱਦਾ, ਤੇ ਅਸੀਂ ਅਪਣਾਇਆ ਤੇ ਤੁਰ ਰਹੇ ਹਾਂ। ਜੀ 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 ਭਾਈ ਰਣਜੀਤ ਸਿੰਘ ਜੀ, ਤੁਹਾਡੇ ਵੱਲੋਂ ਮੈਂ ਆਵਾਂ।
ਪੋਲੀਟੀਕਲ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਵੇਂ ਭਾਈ ਪਪਲਪ੍ਰੀਤ ਸਿੰਘ ਕਰ ਰਹੇ ਸੀਗੇ, ਮੋਰਚਾ ਜਿਹੜਾ ਵੀ ਲੱਗਦਾ ਉਹ ਕੈਪਚਰ ਹੋ ਜਾਂਦਾ ਆ। ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਚੀਜ਼ ਨੂੰ ਜਿਹੜਾ ਆ ਉਹ ਸਿਆਸੀ ਰੰਗਤ ਤੋਂ ਬਚਾਇਆ ਜਾਵੇ? ਕਿਉਂਕਿ ਜਦੋਂ ਤੁਸੀਂ ਕੋਈ ਵੀ ਮੋਰਚਾ ਲਾਓਗੇ ਤਾਂ ਉੱਥੇ ਸਿਆਸੀ ਲੀਡਰ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਹ ਜ਼ਰੂਰ ਆਉਣਗੇ। ਉਸ ਚੀਜ਼ ਨੂੰ ਕਿਵੇਂ ਜਿਹੜਾ ਆ ਉਹ ਉਸ ਚੀਜ਼ ਤੋਂ ਬਾਹਰ ਨਿਕਲ ਕੇ ਮੋਰਚਾ ਜਿਹੜਾ ਉਹ ਕੰਮ ਕਰੇ? ਗੁਰੂ ਸਾਹਿਬ ਜੀ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਸ਼ ਕੀਤਾ ਆ, ਪਰ ਮੈਂ ਸਮਝਦਾ ਹਾਂ ਕਿ ਅੱਜ ਦੇ ਜਿਹੜੇ ਸਾਡੇ ਪੰਥਕ ਆਗੂ ਆ ਉਹ ਕਿਤੇ ਨਾ ਕਿਤੇ ਸਿਆਸੀ ਸੂਝ-ਬੂਝ ਤੋਂ ਕੋਰੇ ਆ। ਜਿਹੜੇ ਸਾਡੇ ਪੁਰਾਤਨ ਅਕਾਲੀ ਲੀਡਰ ਹੁੰਦੇ ਸਨ, ਸਾਡੇ ਪੰਥਕ ਆਗੂ ਹੁੰਦੇ ਸਨ, ਅਕਾਲੀ ਫੂਲਾ ਸਿੰਘ ਜੀ ਵਰਗੇ ਜਾਂ ਬਾਬਾ ਖੜਕ ਸਿੰਘ ਜੀ ਵਰਗੇ, ਉਹਨਾਂ ਨੇ ਵੀ ਕਈ ਮੋਰਚੇ ਲਗਾਏ, ਜਿਵੇਂ ਕਿ ਚਾਬੀਆਂ ਵਾਲਾ ਮੋਰਚਾ ਬਹੁਤ ਮਸ਼ਹੂਰ ਹੋਇਆ ਸੀ। ਪਰ ਉਹਨਾਂ ਨੇ ਹਮੇਸ਼ਾ ਹੀ ਆਪਣੇ ਧਰਮ ਦੇ ਸਿਧਾਂਤ ਨੂੰ, ਧਰਮ ਦੇ ਮਾਰਗ ਨੂੰ, ਧਰਮ ਦੀਆਂ ਮਾਨ ਮਰਿਆਦਾਵਾਂ ਨੂੰ ਮੁੱਖ ਰੱਖਿਆ ਅਤੇ ਸਰਕਾਰਾਂ ਦੀ ਜਿਹੜੀ ਚਲਾਕੀ ਹੁੰਦੀ ਆ ਮੋਰਚੇ ਨੂੰ ਤਾਰ ਪੀਡੋ ਕਰਨ ਵਾਸਤੇ, ਉਹਨਾਂ ਨੇ ਉਸ ਚੀਜ਼ ਨੂੰ ਬੜਾ ਅਹਿਮ ਰੱਖਿਆ, ਉਸ ਨੂੰ ਸਮਝਿਆ ਤੇ ਮੋਰਚੇ ਦੀ ਪੂਰੀ ਪ੍ਰਾਪਤੀ ਤੱਕ ਮੋਰਚੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ। ਪਰ ਅੱਜ ਦੇ ਜਿਹੜੇ ਸਾਡੇ ਲੀਡਰ ਆ ਉਹ ਕਿਤੇ ਨਾ ਕਿਤੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਆ ਕੇ ਧੋਖਾ ਖਾ ਜਾਂਦੇ ਆ। ਉਹਨਾਂ ਨੂੰ ਕੌਮ ਦੀ ਭਾਵਨਾਵਾਂ ਅਨੁਸਾਰ ਹੀ ਫੈਸਲੇ ਲੈਣੇ ਚਾਹੀਦੇ ਆ ਅਤੇ ਜੋ ਵੀ ਫੈਸਲਾ ਲੈਣਾ ਆ, ਚਾਹੇ ਮੋਰਚੇ ਦੀ ਸ਼ੁਰੂਆਤ ਦਾ ਹੋਵੇ ਚਾਹੇ ਸਮਾਪਤੀ ਦਾ ਹੋਵੇ, ਉਹ ਜਿੰਨੀਆਂ ਵੀ ਸਾਡੀਆਂ ਸਿੱਖ ਸੰਪਰਦਾਵਾਂ ਆ, ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਉਸ ਮੋਰਚੇ ਦੇ ਵਿੱਚ ਪੂਰਨ ਤੌਰ ਤੇ ਸਹਿਯੋਗ ਦਿੱਤਾ ਹੁੰਦਾ, ਉਹਨਾਂ ਦੀ ਸਲਾਹ ਦੇ ਨਾਲ ਹੀ ਇਹ ਜਿਹੜੇ ਮੋਰਚੇ ਲਾਏ ਜਾਣੇ ਚਾਹੀਦੇ ਆ ਤੇ ਸਫਲ ਕਰਕੇ ਤੇ ਸਮਾਪਤ ਕੀਤੇ ਜਾਣੇ ਚਾਹੀਦੇ ਆ। ਪਰ ਜਦੋਂ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਪਾਸੇ ਕਰਕੇ ਤੇ ਇੱਕੋ ਬੰਦਾ ਫੈਸਲਾ ਲੈ ਲੈਂਦਾ ਆ ਤੇ ਉਹਦੇ ਕਰਕੇ ਫਿਰ ਜਜ਼ਬਾਤਾਂ ਦੇ ਨਾਲ ਖਿਲਵਾੜ ਹੋ ਜਾਂਦਾ ਆ। ਸੋ ਅਤੀਤ ਦੇ ਵਿੱਚ ਤਾਂ ਜੋ ਕੁਝ ਹੋ ਗਿਆ, ਪਰ ਹੁਣ ਭਵਿੱਖ ਸਾਡੇ ਹੱਥਾਂ ਦੇ ਵਿੱਚ ਆ। ਸੋ ਸਾਨੂੰ ਉਹਦੇ ਤੋਂ, ਅਤੀਤ ਤੋਂ ਸੇਧ ਲੈ ਕੇ ਤੇ ਭਵਿੱਖ ਨੂੰ ਚੰਗੇ ਤਰੀਕੇ ਨਾਲ ਰੁਸ਼ਨਾਉਣਾ ਚਾਹੀਦਾ ਆ ਤਾਂ ਜੋ ਚੰਗੇ ਨਤੀਜੇ ਨਿਕਲ ਸਕਣ। ਜੀ ਭਾਈ ਭੁਪਿੰਦਰ ਸਿੰਘ ਜੀ, ਕਿਵੇਂ ਯੂਥ ਜਿਹੜਾ ਹੈ, ਯੂਥ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਉੱਥੇ ਆਉਣ ਵਾਸਤੇ ਜਾਂ ਅੱਗੇ ਸਹਿਯੋਗ ਕਰਨ ਵਾਸਤੇ? ਕਿਉਂਕਿ ਬੜਾ ਨਿਰਾਸ਼ਤਾ ਹੋਈ ਸੀ, ਜਿਵੇਂ ਅਸੀਂ ਬਾਰ-ਬਾਰ ਉਹੀ ਗੱਲ ਕਰ ਰਹੇ ਹਾਂ, ਬਰਗਾੜੀ ਮੋਰਚੇ ਦੀ ਗੱਲ ਕਰ ਰਹੇ ਹਾਂ, ਤੇ ਹੁਣ ਵਾਸਤੇ ਕਿਵੇਂ ਤੁਸੀਂ ਉਹਨਾਂ ਨੂੰ ਕਹੋਗੇ ਕਿ ਹਾਂ ਤੁਸੀਂ ਜਿਹੜਾ ਹੈ ਫਿਰ ਇੱਕ ਵਾਰ ਹੰਬਲਾ ਜਿਹੜਾ ਉਹ ਰਲ ਕੇ ਮਾਰੀਏ ਸਾਰੇ? ਦੇਖੋ ਜੀ, ਹਜੇ ਤੇ ਉਹਨਾਂ ਨੇ ਜਿਹੜੇ ਪਹੁੰਚਣ ਵਾਸਤੇ ਕਿਹਾ ਵਾ, ਤਕਰੀਬਨ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਜਾਂ ਉੱਚੀ ਸੋਚ ਰੱਖਣ ਵਾਲੇ, ਜਿਵੇਂ ਭਾਈ ਪਪਲਪ੍ਰੀਤ ਸਿੰਘ ਹੁਣ ਜੀ, ਭਾਈ ਰਣਜੀਤ ਸਿੰਘ ਜੀ ਹੁਣੀ, ਇਹਨਾਂ ਸਾਰਿਆਂ ਨੂੰ ਸੱਦਿਆ ਵਾ। ਚਲੋ ਜਿਹੜੇ ਪਹੁੰਚ ਸਕਦੇ ਨੇ ਨੌਜਵਾਨ ਜ਼ਰੂਰ ਪਹੁੰਚਣ, ਔਰ ਜਿਹੜੇ ਨਹੀਂ ਪਹੁੰਚ ਸਕਦੇ ਉਹ ਬਰੀਕੀ ਦੇ ਨਾਲ ਵੇਖਣ ਕਿ ਜਥੇਦਾਰ ਸਾਹਿਬ ਉਹਨਾਂ ਕੋਲ ਕੀ ਸੇਵਾ ਲੈਣਾ ਚਾਹੁੰਦੇ ਨੇ। ਔਰ ਸੇਵਾ ਵੈਸੇ ਤੇ ਹਰੇਕ ਨੌਜਵਾਨ ਜਿਹੜਾ ਪੰਥਦਰਦੀ ਆ, ਮਤਲਬ ਚਾਹੇ ਕੋਈ ਸਿਰ ਤੋਂ ਮੋਨਾ ਆ ਜਾਂ ਅੰਮ੍ਰਿਤਧਾਰੀ ਆ, ਉਹ ਸਾਰੇ ਜਥੇਦਾਰ ਸਾਹਿਬ ਦਾ ਬਹੁਤ ਆਦਰ ਸਤਿਕਾਰ ਕਰਦੇ ਨੇ। ਉਹਨਾਂ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਮੁਕਾਮ ਆ। ਪੰਥ ਨੂੰ ਇਸ ਵੇਲੇ ਸਾਰਾ ਕੁਝ ਹੀ ਪਤਾ ਵਾ ਵੀ ਕੌਮ ਨੂੰ ਚਾਹੀਦਾ ਕੀ ਹੈ ਜੀ, ਔਰ ਉਹ ਜਿਹੜੇ ਕੌਮ ਦੇ ਹੱਕ ਦੇ ਵਿੱਚ ਫੈਸਲੇ ਲਏ ਜਾਣਗੇ ਉਹ ਮਤਲਬ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਭਗਾਉਣਾ ਹੀ ਯੂਥ ਦਾ ਕੰਮ ਆ। ਔਰ ਯੂਥ ਨੂੰ ਅੱਗੇ ਆਉਣਾ ਪੈਣਾ ਵਾ। ਜਿਹੜੇ ਉਹਨਾਂ ਸਾਡੇ 5 ਮੈਂਬਰੀ ਕਮੇਟੀ ਆ, ਉਹ ਕੀ ਸਾਨੂੰ ਸੰਦੇਸ਼ ਦਿੰਦੀ ਆ ਉਹ ਦੇਖ ਕੇ ਤੇ ਉਹਦੇ ਤੇ ਸਾਨੂੰ ਅਮਲ ਕਰਨਾ ਚਾਹੀਦਾ ਕੌਮ ਦੇ ਹੱਕਾਂ ਦੇ ਵਿੱਚ। ਜੀ ਜੀ ਭਾਈ ਪਪਲਪ੍ਰੀਤ ਸਿੰਘ ਜੀ, ਇੱਕ ਵਾਰ ਫਿਰ ਮੈਂ ਤੁਹਾਡੇ ਵੱਲ ਆਵਾਂ। ਇਹ ਜਿਹੜੀ ਕਮੇਟੀ ਬਣਾਈ ਗਈ ਆ, 5 ਮੈਂਬਰੀ ਕਮੇਟੀ ਬਣਾਈ ਗਈ ਆ, ਇਸ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਿਸਥਾਰ ਜਿਹੜਾ ਆ ਉਹ ਵੀ ਹੋ ਸਕਦਾ ਆ ਸਲਾਹ ਤੋਂ ਬਾਅਦ ਦੇ ਵਿੱਚ, ਜਾਂ ਕਿਵੇਂ? ਕਿਉਂਕਿ ਬੁੱਧੀਜੀਵੀ ਵਰਗ ਦੀ ਗੱਲ ਕੀਤੀ ਜਾ ਰਹੀ ਆ ਕਿ ਬੁੱਧੀਜੀਵੀ ਜਿਹੜੇ ਲੋਕ ਆ ਉਹਨਾਂ ਨੂੰ ਹੋਰ ਸ਼ਾਮਲ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਮਸ਼ਵਰੇ ਜਿਹੜੇ ਹੋ ਸਕਣ। ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਪੋਲੀਟੀਕਲ ਲੀਡਰ ਜਦੋਂ ਆਉਂਦੇ ਆ ਫਿਰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ, ਹਰ ਇੱਕ ਮੋਰਚਾ ਜਿਹੜਾ ਉਹ ਕੈਪਚਰ ਹੋ ਜਾਂਦਾ। ਭਾਈ ਗੁਰਬਖਸ਼ ਸਿੰਘ ਹੋਰਾਂ ਦੀ ਗੱਲ ਕਰ ਲਈਏ, ਬਾਪੂ ਸੂਰਜ ਸਿੰਘ ਹੋਰਾਂ ਦੀ ਗੱਲ ਕਰ ਲਈਏ, ਤੇ ਹੁਣੇ ਖਤਮ ਹੋਏ ਬਰਗਾੜੀ ਮੋਰਚੇ ਦੀ ਗੱਲ ਕਰ ਲਈ ਜਾਵੇ, ਤਾਂ ਇਸ ਦੇ ਵਿੱਚ ਵਿਸਥਾਰ ਜਿਹੜਾ ਆ ਉਹ ਸਾਰਿਆਂ ਦੀ ਸਲਾਹ ਨਾਲ ਹੋ ਸਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ? ਹਾਂਜੀ, ਬਿਲਕੁਲ ਹੋ ਸਕਦਾ, ਪਰ ਜਿੱਥੇ ਗੱਲ ਪੰਜਾਂ ਦੀ ਆਉਂਦੀ ਆ ਜੀ, ਉਹ ਜਿਵੇਂ ਸਾਡੀ ਰੀਤ ਵੀ ਆ ਨਾ, ਪੰਚ ਪ੍ਰਧਾਨੀ ਰੀਤ ਆ ਸਾਡੀ। ਮਹਾਰਾਜ ਨੇ ਜਦੋਂ 5 ਪਿਆਰੇ ਬਖਸ਼ਿਸ਼ ਕੀਤੀ ਆ ਕੌਮ ਨੂੰ, 5 ਪਿਆਰਿਆਂ ਦੀ, ਤੇ ਪਹਿਲਾਂ ਤਾਂ ਇਹ 5 ਦੇ ਰੂਪ 'ਚ ਅੱਗੇ ਚੱਲਣ, ਉਸ ਤੋਂ ਬਾਅਦ ਸਬ ਕਮੇਟੀ ਬਣ ਸਕਦੀ ਹੈ। ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਦਾ ਚਾਹੇ ਇੱਕ ਨੁਮਾਇੰਦਾ ਲੈ ਕੇ ਉਹਨਾਂ ਦੀ ਇੱਕ ਸਾਂਝੀ ਕਨਫੈਡਰੇਸ਼ਨ ਬਣੇ, ਉਸ ਦੇ ਅਨੁਸਾਰ ਉਹਨਾਂ ਦੀ ਸਲਾਹ ਦੇ ਨਾਲ ਫਿਰ ਉਹ 5 ਸਿੰਘ ਅੱਗੇ ਚੱਲਣ। ਇਸ ਤਰ੍ਹਾਂ ਵਿਸਥਾਰ ਕੀਤੇ ਜਾਣ ਦੀ ਸੰਭਾਵਨਾ ਬਿਲਕੁਲ ਆ, ਤੇ ਜਿਹਦੇ ਵਿੱਚ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ ਵਿਸਾਰਿਆ ਨਾ ਜਾਵੇ। ਤੇ ਸੋ ਬਿਲਕੁਲ ਅੱਗੇ ਚਾਂਸਸ ਬਹੁਤ ਨੇ ਇਸ ਤਰ੍ਹਾਂ ਦੇ। ਜੀ ਜੀ ਜੀ
ਭਾਈ ਪਰਮਜੀਤ ਸਿੰਘ ਜੀ, ਜਿਵੇਂ ਭਾਈ ਪਪਲਪ੍ਰੀਤ ਸਿੰਘ ਉਹਨਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਉਦੋਂ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਿਆ ਸੀਗਾ, ਹੁਣ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਤੋਂ ਬਾਅਦ ਦੇ ਵਿੱਚ ਰੂਪਰੇਖਾ ਜਿਹੜੀ ਦਿੱਤੀ ਜਾਊਗੀ, ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਕਿਵੇਂ ਸਮਝਦੇ ਹੋ ਕਿ ਫਿਰ ਉਨਾ ਹੀ ਸਮਾਂ ਜਿਹੜਾ ਆ ਉਹ ਲੱਗ ਜਾਏਗਾ, ਜਾਂ ਫਿਰ ਇਸ ਤਰ੍ਹਾਂ ਦੀ ਰੂਪਰੇਖਾ ਤਿਆਰ ਕੀਤੀ ਜਾਵੇ, ਇਸ ਤਰ੍ਹਾਂ ਦੀ ਪਹੁੰਚ ਜਿਹੜੀ ਆ ਉਹ ਬਣਾਈ ਜਾਵੇ ਤਾਂ ਜੋ ਮਸਲੇ ਜਿਹੜੇ ਲੰਮੇ ਸਮੇਂ ਤੋਂ ਅਟਕੇ ਪਏ ਆ ਤੇ ਸਮੇਂ-ਸਮੇਂ 'ਤੇ ਵੱਖ-ਵੱਖ ਮੋਰਚੇ ਜਿਹੜੇ ਆ ਲੱਗਦੇ ਆ, ਤੇ ਇਹ ਹੁਣ ਜਿਹੜਾ ਇਹ ਮੋਰਚਾ ਲੱਗਣ ਜਾ ਰਿਹਾ, ਕਿਉਂਕਿ ਬੜੀ ਨਿਰਾਸ਼ਤਾ ਹੋਈ ਸੀ ਬਾਹਰ ਵਿਦੇਸ਼ਾਂ ਤੋਂ ਵੀ ਸਾਨੂੰ ਵੀ ਫੋਨ ਆਉਂਦੇ ਸੀ, ਹੁਣ ਵੀ ਫੋਨ ਆਉਂਦੇ ਆ ਕਿ 27 ਨੂੰ ਕੀ ਹੋਣ ਜਾ ਰਿਹਾ, ਸਾਨੂੰ ਵਿਸਤਾਰ ਤੌਰ ਦੇ ਉੱਤੇ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਵੇ। ਸੋ ਹੁਣ ਇਸ ਚੀਜ਼ ਨੂੰ ਤੁਸੀਂ ਕੀ ਸਮਝਦੇ? ਚਲੋ ਸਮਾਂ ਤਾਂ ਸ਼ਾਇਦ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੇ ਚਿਰ 'ਚ ਪ੍ਰਾਪਤੀ ਹੋਵੇਗੀ, ਪਰ ਫਿਰ ਵੀ ਜਿਹੜੀ ਸੰਗਤ ਆ ਉਹ ਜ਼ਰੂਰ ਪੁੱਛਦੀ ਆ ਕਿ ਕੀ ਕਰਨ ਜਾ ਰਹੇ ਆ, ਕਿਵੇਂ ਤੇ ਕਿੰਨਾ ਟਾਈਮ ਲੱਗ ਸਕਦਾ, ਜਾਂ ਕੀ ਕੁਝ ਕਰ ਰਹੇ ਆ। ਬਿਲਕੁਲ, ਤੁਸੀਂ ਜਿਹੜੀ ਗੱਲ ਕੀਤੀ ਵੀ ਜਿਹੜਾ ਪ੍ਰੈਸ਼ਰ ਪਹਿਲਾਂ ਬਣਿਆ ਸੀਗਾ ਬਰਗਾੜੀ ਮੋਰਚੇ ਦਾ, ਜੀ, ਉਹ ਪ੍ਰੈਸ਼ਰ ਇੱਕਦਮ ਖਤਮ ਹੋ ਗਿਆ। ਹੁਣ ਭਾਈ ਸਾਹਿਬ ਨੇ ਗੱਲ ਕੀਤੀ ਵੀ ਕੁੱਕਰ ਦੀ ਆਪਾਂ ਐਗਜ਼ਾਮਪਲ ਦਿੱਤੀ ਇਹਨਾਂ ਨੇ। ਹੁਣ ਜਿਹੜਾ ਅਗਲਾ ਸਮਾਂ ਵਾ 5 ਮੈਂਬਰੀ ਕਮੇਟੀ ਆ, ਹੁਣ ਆਪਾਂ ਇੱਕ ਆਸ ਲੈ ਕੇ ਚੱਲੇ ਆ ਕਿ ਕੋਈ ਇਹੋ ਜਿਹਾ ਕਰੜਾ ਪ੍ਰੋਗਰਾਮ ਦੇਣ ਜਿਹਦੀ ਕੌਮ ਆਸ ਕਰਦੀ ਆ, ਕਿਉਂਕਿ ਜੇ ਅਸੀਂ ਬਹੁਤਾਂਤ ਗੱਲਾਂ ਪਿੱਛੇ ਬਰਗਾੜੀ ਮੋਰਚੇ 'ਚ ਵੀ ਬੜੀ ਵਾਰੀ ਹੋਈਆਂ ਵੀ ਸਮਾਂ ਜਿਹੜਾ ਵਾ ਉਹ ਸਮੇਂ ਦੇ ਹਿਸਾਬ ਨਾਲ ਚੱਲਣ ਦੀ ਲੋੜ ਆ। ਤੁਸੀਂ ਸਾਰਾ ਕੁਝ ਜ਼ਿਕਰ ਚੱਲਿਆ ਸੀਗਾ ਕਿ ਮੋਰਚਾ ਜਿਹੜਾ ਲੰਬੇਰਾ ਚੱਲ ਗਿਆ ਜੀ, ਇਦਾਂ ਹੋ ਗਿਆ, ਇਹਨੂੰ ਉਠਾ ਦੇਣਾ ਚਾਹੀਦਾ ਜਾਂ ਇਦਾਂ ਕੁਝ। ਜੀ ਬਿਲਕੁਲ। ਸੋ ਉਹਦੇ ਮੁਤਾਬਕ ਜੇ ਹੁਣ ਆਪਾਂ ਅੱਗੇ ਭਵਿੱਖ ਦੀ ਗੱਲ ਕਰਦੇ ਹਾਂ ਜਾਂ ਰਣਨੀਤੀ ਦੀ ਗੱਲ ਕਰਦੇ ਹਾਂ, ਤਾਂ ਕੋਈ ਚੰਗੀ ਰਣਨੀਤੀ ਜਿਹੜੀ ਆ ਉਹ ਬਣਨੀ ਚਾਹੀਦੀ ਆ, ਤੇ ਰਣਨੀਤੀ ਇਹੋ ਜਿਹੀ ਬਣਨੀ ਚਾਹੀਦੀ ਹੈ ਵੀ ਜੇ ਬੇਸ਼ੱਕ ਕੋਈ ਮੋਰਚਾ ਵੀ ਲੱਗਦਾ, ਮੰਨ ਲਓ ਕੋਈ ਲੰਬੇਰਾ ਚੱਲਦਾ ਵਾ, ਜਾਂ ਉਹ ਪ੍ਰਾਪਤੀ ਛੇਤੀ ਹੋ ਜਾਂਦੀ ਹੈ। ਕਿਉਂਕਿ ਆਪਾਂ ਪ੍ਰਾਪਤੀ ਦੀ ਗੱਲ ਕਰਦੇ ਹਾਂ, ਜੇ ਤਾਂ ਆਪਾਂ ਸਿਸਟਮ ਤੋਂ ਪ੍ਰਾਪਤੀ ਦੀ ਗੱਲ ਕਰਦੇ ਹਾਂ ਤੇ ਕਿਤੇ ਨਾ ਕਿਤੇ ਆਪਾਂ ਨੂੰ ਆਸ ਤਾਂ ਰੱਖਣ ਦੀ ਲੋੜ ਨਹੀਂ, ਕਿਉਂਕਿ ਆਪਾਂ ਚੰਗੀ ਤਰ੍ਹਾਂ ਜਾਣੂ ਆ। ਪਰ ਫਿਰ ਵੀ ਆਪਾਂ ਸੰਘਰਸ਼ ਜਿਹੜਾ ਵਾ, ਸੰਘਰਸ਼ੀਲ ਕੌਮ ਆ, ਸੰਘਰਸ਼ ਲੜਨਾ, ਤੇ ਸੰਘਰਸ਼ ਲੜਦਿਆਂ ਹੋਇਆਂ ਪ੍ਰਾਪਤੀ ਤਾਂ ਜਿਹੜੀ ਆ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰਾਪਤੀ ਤਾਂ ਹੁੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਐਗਜ਼ਾਮਪਲ ਆਪਾਂ ਭਾਈ ਗੁਰੂ ਬਖਸ਼ ਸਿੰਘ ਦੀ ਗੱਲ ਕਰ ਲੈਂਦੇ ਹਾਂ। ਅੱਜ ਬੇਸ਼ੱਕ ਆਪਾਂ ਇਹ ਵੀ ਕਹਿੰਦੇ ਹਾਂ ਕਿ ਉਹਨਾਂ ਨੇ 2 ਵਾਰੀ ਮੋਰਚਾ ਫੇਲ ਹੋ ਜਾਂਦਾ ਵਾ, ਜਾਂ ਉਹਨਾਂ ਦਾ ਸਰੀਰ ਛੱਡ ਜਾਣਾ, ਪਰ ਇਹ ਵੀ ਮੰਨਣਾ ਪਏਗਾ ਕਿ ਭਾਈ ਗੁਰਬਖਸ਼ ਸਿੰਘ ਦੇ ਸੰਘਰਸ਼ ਕਰਕੇ ਕਾਫੀ ਹੱਦ ਤੱਕ ਪ੍ਰੋਬਲਮ ਹੋਈਆਂ। ਪਹਿਲੀ ਵਾਰੀ ਹੋਈਆਂ, ਜਿਹੜੀਆਂ ਕਿ ਪਹਿਲਾਂ ਕਦੀ ਨਹੀਂ ਸੀ ਹੋਈਆਂ। ਬਾਬੂ ਗੁਰਬਖਸ਼ ਸਿੰਘ ਦੀ ਗੱਲ ਕਰਦੇ ਹਾਂ, ਉਹ ਬੈਠੇ ਨੇ ਲੰਬੇ ਸਮੇਂ ਤੋਂ, ਬੇਸ਼ੱਕ ਉਹ ਸਰਕਾਰਾਂ ਨੇ ਉਹਨਾਂ ਨੂੰ ਕੈਪਚਰ ਕੀਤਾ ਹੋਇਆ, ਪਰ ਮੰਨਣਾ ਪਊਗਾ ਬਾਬੂ ਸੂਰਤ ਸਿੰਘ ਦਾ ਸੰਘਰਸ਼ ਜਿਹੜਾ ਵਾ ਉਹ ਕਿਤੇ ਨਾ ਕਿਤੇ ਸਾਨੂੰ ਕੋਈ ਨਾ ਕੋਈ ਪ੍ਰਾਪਤੀ ਦੇ ਰਿਹਾ। ਸੋ ਕੋਈ ਵੀ ਮੋਰਚਾ ਲੱਗਦਾ, ਕੋਈ ਨਾ ਕੋਈ ਪ੍ਰਾਪਤੀ ਹੁੰਦੀ ਹੈ। ਅਸੀਂ ਨਹੀਂ ਕਹਿੰਦੇ ਬਰਗਾੜੀ ਮੋਰਚੇ 'ਚ ਪ੍ਰਾਪਤੀ ਨਹੀਂ ਹੋਈ, ਬਰਗਾੜੀ ਮੋਰਚੇ 'ਚ ਪ੍ਰਾਪਤੀਆਂ ਹੋਈਆਂ, ਕੋਈ ਸ਼ੱਕ ਨਹੀਂ। ਪਰ ਜੋ ਆਸ ਲੈ ਕੇ, ਜਿਵੇਂ ਤੁਸੀਂ ਪ੍ਰੈਸ਼ਰ ਦੀ ਗੱਲ ਕੀਤੀ ਹੈ, ਜਿਹੜਾ ਪ੍ਰੈਸ਼ਰ ਸੰਗਤ ਨੇ ਬਣਾਤਾ ਸੀ ਕੌਮ ਨੇ, ਉਹ ਪ੍ਰੈਸ਼ਰ ਜੇ ਮੇਨਟੇਨ ਰਹਿੰਦਾ ਤੇ ਸ਼ਾਇਦ ਆਪਾਂ ਕੁਝ ਨਾ ਕੁਝ ਜ਼ਿਆਦਾ ਲੈ ਡਿੱਗਦੇ ਜੀ। ਭਾਈ ਗੁਰਸੇਵਕ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਸ ਮੀਟਿੰਗ ਬਾਰੇ ਦੇ ਵਿੱਚ, ਤੇ ਆਉਣ ਵਾਲੇ ਦਿਨਾਂ 'ਚ ਜੋ ਵੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾਣੀ ਹੈ? ਜੀ ਦੇਖੋ, ਪਿੱਛੇ ਤੁਸੀਂ ਗੱਲ ਕਰ ਰਹੇ ਸੀ ਭਾਈ ਸਾਹਿਬ ਪ੍ਰੈਸ਼ਰ ਦੀ ਗੱਲ। ਜੀ ਜਦੋਂ ਪ੍ਰੈਸ਼ਰ ਬਣਦਾ ਕੌਮ ਦੇ ਵਿੱਚ, ਜਦੋਂ ਇੱਦਾਂ ਦੇ ਸਮਾਂ ਆਇਆ ਹੋਵੇ, ਆਪਾਂ ਦੇਖਿਆ ਵੀ 7 ਅਕਤੂਬਰ ਦਾ ਜਿਹੜਾ ਬਰਗਾੜੀ ਇਕੱਠ ਹੋਇਆ ਸੀਗਾ, ਉਹ ਬਹੁਤੀ ਲੰਮੀ ਕਾਲ ਨਹੀਂ ਸੀਗੀ, ਤੇ ਨਾ ਹੀ ਬਹੁਤੇ ਜਿਹੜੇ ਸਾਧਨ ਸੀਗੇ ਵੀ ਇਕੱਠ ਕਰਨ ਦੇ ਲਈ। ਉਹ ਕੌਮ ਉੱਥੇ ਆਪ ਮੁਹਾਰੀ ਪਹੁੰਚੀ ਸੀ। ਜੇਕਰ ਕੌਮ ਦੇ ਅਗਵਾਈ ਕਰਨ ਵਾਲੇ ਦੇ ਵਿੱਚ ਕੋਈ ਪਾਵਰ ਹੋਵੇ ਤੇ ਕੌਮ ਦੀ ਜਿਹੜੀ ਆ ਇੰਨੀ ਜ਼ਿਆਦਾ ਜਿਹੜੀ ਆ ਬੇਅਦਬੀ ਹੋ ਚੁੱਕੀ ਹੋਵੇ ਸਿਧਾਂਤਾਂ ਦੀ, ਤੇ ਕੌਮ ਬਹੁਤ ਵੱਡਾ ਸਾਥ ਦਿੰਦੀ ਆ। ਕੋਈ ਵੱਡੀ ਗੱਲ ਨਹੀਂ ਕਿ ਇਹਦੇ 'ਚ ਹਫ਼ਤਾ ਲੱਗੇ, ਮਹੀਨਾ ਲੱਗੇ ਤੇ ਸਾਲ ਲੱਗੇ, ਕੋਈ ਪਤਾ ਨਹੀਂ ਆ ਪਰਮਾਤਮਾ ਨੇ ਕਿੰਨੇ ਟਾਈਮ ਦੇ ਵਿੱਚ ਪ੍ਰਾਪਤੀ ਜਿਹੜੀ ਆਪਾਂ ਨੂੰ ਦੇਣੀ ਆ। ਹਾਂ, ਜਿਹੜਾ ਇਹ ਜਥੇਦਾਰ ਸਾਹਿਬ ਨੇ ਇਕੱਠ ਬੁਲਾਇਆ ਆਪਣੀ ਕਮੇਟੀ ਦੇ ਰਾਹੀਂ, ਉਹਦੇ ਤੋਂ ਆਸਾਂ ਵੱਡੀਆਂ, ਕਿਉਂ ਕਰਕੇ ਜਥੇਦਾਰ ਸਾਹਿਬ ਤੇ ਮਨ ਸਾਹਿਬ ਤੇ ਵੀ ਬਹੁਤ ਵੱਡੀ ਆਸ ਰੱਖੀ ਸੀ। ਬਰਗਾੜੀ ਮੋਰਚਾ ਚੱਲਦਾ ਜਦੋਂ, ਉਸ ਟਾਈਮ ਅਸੀਂ ਇਹ ਕਹਿੰਦੇ ਸੀ ਕਿ ਜਥੇਦਾਰ ਸਾਹਿਬ ਨੂੰ ਜਿਹੜਾ ਸਖਤ ਪ੍ਰੋਗਰਾਮ ਦੇਣਾ ਚਾਹੀਦਾ। ਅੱਜ ਮੋਰਚਾ ਸਮਾਪਤ ਹੋ ਗਿਆ ਤੇ ਅੱਜ ਮਨ 'ਚ ਇਹ ਆ ਕਿ ਜਿਹੜਾ ਮੋਰਚਾ ਲਗਾਤਾਰ ਚੱਲਣਾ ਚਾਹੀਦਾ ਸੀ। ਕਦੇ ਨਾ ਕਦੇ ਚੱਲ ਰਹੇ ਸਮੇਂ ਦੇ ਵਿੱਚ ਉਦੋਂ ਤਰ੍ਹਾਂ ਦੇ ਵਿਚਾਰ ਆਉਂਦੇ ਆ, ਪਰ ਜਦੋਂ ਉਹ ਸਮਾਂ ਲੰਘ ਜਾਂਦਾ ਉਦੋਂ ਸੋਚਦੇ ਆ ਵੀ ਇਹ ਕੰਟੀਨਿਊ ਹੁੰਦਾ। ਉਸ ਕਰਕੇ ਵੀ ਜਿਵੇਂ ਹੁਣ ਮੀਟਿੰਗ ਬੁਲਾਈ ਗਈ ਆ, ਉੱਥੋਂ ਵੀ ਵੱਡੀ ਆਸ ਆ, ਬੁੱਧੀਜੀਵੀ ਸਾਰੇ ਹੈਗੇ ਸਾਡੇ ਸੂਬਿਆਂ ਨੂੰ ਆਗੂ ਆ, ਕੋਈ ਚੰਗਾ ਪ੍ਰੋਗਰਾਮ ਦੇਣਗੇ, ਉੱਥੇ ਲਿਖਣਗੇ। ਨੌਜਵਾਨਾਂ ਨੂੰ ਸਾਨੂੰ ਆਸ ਆ ਕਿ ਉੱਥੇ ਵੱਡੀ ਮੀਟਿੰਗ ਹੋਣ ਤੋਂ ਬਾਅਦ ਇੱਕ ਕਮੇਟੀ ਬਣ ਰਹੀ ਹੈ, ਜਿਹਦੇ ਵਿੱਚ ਨੌਜਵਾਨ ਲੈ ਰਹੇ ਆ, ਤੇ ਸਾਰੇ ਦਿਮਾਗ ਰਲਣ। ਇੱਥੇ ਵੀ ਜੇਕਰ ਬਰਗਾੜੀ ਮੋਰਚਾ ਚੱਲਿਆ ਸੀਗਾ, ਉਹਦੇ ਵਿੱਚ ਜਥੇਦਾਰ ਸਾਹਿਬ ਨੇ ਖੁਦ ਜਿਹੜੀ ਆ ਕਮਾਨ ਸੰਭਾਲੀ ਸੀ, ਪਰ ਉਹਨਾਂ ਨੂੰ ਚਾਹੀਦਾ ਸੀ ਕਿ ਆਪਣੀ ਬੈਗ ਦੇ ਵਿੱਚ ਬੁੱਧੀਜੀਵੀ ਰੱਖਦੇ 4, ਨੌਜਵਾਨ ਰੱਖਦੇ 4, ਸਾਰੇ ਧਿਰਾਂ ਤੋਂ ਰੱਖ ਕੇ ਸਾਰਿਆਂ ਦੀ ਮੀਟਿੰਗ ਹਰ ਰੋਜ਼ ਕਰਿਆ ਕਰਦੇ ਕਿ ਆਪਾਂ ਕਿੱਦਾਂ ਦਾ ਪ੍ਰੋਗਰਾਮ ਕਿਵੇਂ ਚਲਾਉਣਾ, ਕੀ ਕਰਨਾ। ਪਰ ਬਹੁਤ ਵੱਡੀ ਨਿਰਾਸ਼ਾ ਜਿਹੜੀ ਆ ਪੱਲੇ ਪਈ ਆ ਕਿ ਜਥੇਦਾਰ ਸਾਹਿਬ ਨੇ ਆਪਣੇ
ਸਿਰ ਤੇ ਲੈ ਕੇ ਜਿਹੜਾ ਮੋਰਚਾ ਖਤਮ ਕੀਤਾ। ਜੀ ਜੀ, ਸਮਾਂ ਜਿਹੜਾ ਆ ਲਗਭਗ ਸਮਾਪਤ ਆ। ਭਾਈ ਪਪਲਪ੍ਰੀਤ ਸਿੰਘ ਜੀ, ਅੰਤ ਦੇ ਉੱਤੇ ਦੇਸ਼ ਵਿਦੇਸ਼ ਦੀ ਸੰਗਤ ਜਿਹੜੀ ਆ ਉਸ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਜਿੱਥੇ ਸਰੀਰਕ ਤੌਰ ਦੇ ਉੱਤੇ ਇੱਥੋਂ ਸੰਗਤ ਜਿਹੜੀ ਆ ਹਰ ਜਗ੍ਹਾ ਪਹੁੰਚਦੀ ਹੈ, ਉੱਥੇ ਵਿਦੇਸ਼ਾਂ ਦੀ ਸੰਗਤ ਦਾ ਵੀ ਬੜਾ ਵੱਡਾ ਵਿੱਚ ਯੋਗਦਾਨ ਜਿਹੜਾ ਆ ਉਹ ਹੁੰਦਾ। ਜਦੋਂ ਆਉਂਦੇ ਉਦੋਂ ਸ਼ਾਮਲ ਵੀ ਹੁੰਦੇ ਆ ਅਤੇ ਮਾਈਕ ਤੌਰ ਦੇ ਉੱਤੇ ਜਿਹੜੀ ਮਦਦ ਹੁੰਦੀ ਆ ਉਹ ਵੀ ਬੜੀ ਕਰਦੇ ਆ ਉਹ। ਅਤੇ ਨਾਲ ਜਿਹੜਾ ਬੀਤਿਆ ਵਕਤ ਆ ਉਹ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣਾ ਚਾਹੀਦਾ ਆ। ਉਸ ਨੂੰ ਮੁੱਖ ਰੱਖਦਿਆਂ ਹੋਇਆਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਅੰਤ 'ਤੇ? ਮੁੱਖ ਤੌਰ 'ਤੇ ਮੈਂ ਤਾਂ ਪਹਿਲਾਂ 5 ਮੈਂਬਰੀ ਕਮੇਟੀ ਤੱਕ ਗੱਲ ਕਹਾਂਗਾ ਜੀ ਕਿ ਬੜਾ ਇਹਨਾਂ ਸਿੱਖਾਂ ਦੇ ਉੱਤੇ ਵੀ ਜੀ ਇਹਨਾਂ ਦੀ ਜ਼ਿੰਮੇਵਾਰੀ ਵੱਧ ਚੁੱਕੀ ਜੀ। ਜੇ ਆਪਾਂ ਪਿਛੋਕੜ ਦੀ ਗੱਲ ਕਰੀਏ, ਜਿਹੜੀਆਂ ਘਾਟਾਂ ਰਹਿ ਗਈਆਂ ਬਰਗਾੜੀ ਮੋਰਚੇ ਦੇ ਅੰਤ ਮੌਕੇ, ਜੀ ਤਾਂ ਇਹਨਾਂ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਵੱਧ ਚੁੱਕੀ ਹੈ ਜਥੇਦਾਰ ਸਾਹਿਬ ਵੱਲੋਂ ਵੀ ਅਤੇ ਕੌਮ ਵੱਲੋਂ ਵੀ। ਜੀ ਤੇ ਜਿਹੜੀ ਸਿੱਖ ਸੰਗਤ ਆ, ਚਾਹੇ ਪੰਜਾਬ ਦੀ ਧਰਤੀ ਤੇ ਵਸਦੀ ਹੋਵੇ, ਹੋਰਾਂ ਸੂਬਿਆਂ 'ਚ ਹੋਵੇ, ਭਾਰਤ ਦਿਆਂ 'ਚ, ਜੀ ਤੇ ਜਾਂ ਫਿਰ ਪ੍ਰਦੇਸ਼ ਰਹਿੰਦੇ ਹੋਣ ਸਿੱਖ, ਜੀ ਉਹ ਲਗਾਤਾਰ ਇਸ ਸਾਰੇ ਘਟਨਾਕ੍ਰਮ ਤੇ ਨਿਗਾਹ ਬਣਾਈ ਰੱਖਣ ਜੀ ਤੇ ਆਪੋ ਆਪਣੀਆਂ ਜਿਹੜੇ ਸਲਾਹ ਮਸ਼ਵਰੇ ਆ, ਬਸ਼ਰਤੇ ਜਿੱਥੇ ਹੁਣ ਸਾਡੀ ਗੱਲਬਾਤ ਸੁਣ ਰਹੀ ਹੋਊਗੀ ਜਦੋਂ ਸੋਸ਼ਲ ਮਾਧਿਅਮ ਦੇ ਰਾਹੀਂ, ਉਹਦੇ ਥੱਲੇ ਵੀ ਆਪਣੀ ਟਿੱਪਣੀ ਦੇ ਸਕਦੇ ਆ। ਜੀ ਜੀ, ਮੈਂ ਇਹ ਮੰਨਦਾ ਕਿ ਸਾਰਿਆਂ ਦੀ ਸਲਾਹ ਲੈਣੀ ਚਾਹੀਦੀ ਆ। ਇਹ ਗੱਲ ਇੱਕ ਇਹ ਵੀ ਆ ਕਿ ਜਦੋਂ ਕੋਈ ਮੋਰਚਾ ਚੱਲ ਰਿਹਾ ਹੁੰਦਾ, ਜਾਂ ਜਿਹੜੇ 5 ਸਿੰਘ, ਜਾਂ ਇਸ ਤੋਂ ਪਹਿਲਾਂ ਹੋਰ ਗੱਲ ਸੀ ਜਿਹੜੇ ਚਲਾ ਰਹੇ ਸਨ ਮੋਰਚੇ ਨੂੰ, ਉਹ ਵੀ ਜਾਣਦੇ ਹਾਲਾਤਾਂ ਨੂੰ, ਉਹ ਦੂਜਿਆਂ ਨੂੰ ਵਧੇਰੇ ਜਾਣਦੇ ਹੁੰਦੇ। ਜੀ ਬਿਲਕੁਲ। ਪਰ ਭਾਈਚਾਰਕ ਤੌਰ ਤੇ ਅਸੀਂ ਆਪਣੀ ਜਿਹੜੀ ਸਲਾਹ ਉਹ ਵੀ ਦੇ ਸਕਦੇ ਹਾਂ। ਜਿੱਥੇ ਕੋਈ ਘਾਟ ਰਹਿ ਜੇ ਤੇ ਉਹਦੇ ਬਾਰੇ ਜਵਾਬਦੇਹ ਵੀ ਬਣਾਇਆ ਜਾਂਦਾ। ਜਿਵੇਂ ਅੱਜ ਅਸੀਂ ਵਾਰ-ਵਾਰ ਇੱਥੇ ਗੱਲ ਕਹੀ ਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੁਣਾਂ ਨੂੰ ਇਸ ਲਈ ਜਵਾਬਦੇਹ ਬਣਨਾ ਹੀ ਪਊਗਾ ਕਿ ਉਹਨਾਂ ਨੇ ਕਿਹੜੇ ਹਾਲਾਤਾਂ 'ਚ, ਕਿੰਨਾ ਕਾਰਨਾਂ ਕਰਕੇ, ਕਿਸ ਦਬਾਅ ਹੇਠ, ਕਿਉਂ ਮੋਰਚਾ ਬਿਨਾਂ ਕਿਸੇ ਢੁਕਵੇਂ ਸਮੇਂ ਦੇ, ਬਿਨਾਂ ਠੋਸ ਪ੍ਰਾਪਤੀਆਂ ਦੇ ਅੰਤ ਕੀਤਾ। ਮੈਂ ਇਹ ਕਹਿੰਦਾ ਕਿ ਤੁਸੀਂ ਬਿਲਕੁਲ ਜਿਹੜੀਆਂ ਕੌਮੀ ਸਿੱਖ ਸੰਗਤਾਂ ਨੇ, ਜਿਨ੍ਹਾਂ ਦੇ ਅੰਦਰ ਪੰਥ ਧੜਕਦਾ, ਉਹ ਬਿਲਕੁਲ ਬਾਜ ਅੱਖ ਰੱਖਣ ਤੇ ਸਮੇਂ-ਸਮੇਂ ਦੇ ਉੱਤੇ ਆਪਣਾ ਜਿਹੜਾ ਯੋਗਦਾਨ ਸਾਰੇ ਰੂਪਾਂ 'ਚ ਪਾਉਣਾ ਪੈਂਦਾ। ਮਾਈਕੀ ਵੀ ਲੋੜ ਪੈਂਦੀ ਆ, ਜਦੋਂ ਆਉਣ ਜਾਣ ਦੀਆਂ ਗੱਲਾਂ, ਉੱਥੇ ਖਰਚੇ ਲੱਗਦੇ ਆ, ਇਹ ਬਿਨਾਂ ਇਸ ਤੋਂ ਸੰਭਵ ਨਹੀਂ ਗਾ। ਸੋ ਇਹੀ ਆ ਕਿ ਲਗਾਤਾਰਤਾ ਬਣਾਈ ਰੱਖਣ। ਪਰ ਇਸ ਦੇ ਨਾਲ ਨਾਲ ਜਿਹੜੀ ਆਖਰ ਦੇ ਵਿੱਚ ਗੱਲ ਕਰਨੀ ਇਹ ਜ਼ਰੂਰੀ ਹੁੰਦੀ ਆ ਕਿ ਜਿਹੜੀ ਸਿੱਖ ਕੌਮ ਆ, ਇਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਸਾਹਿਬ ਪੰਜਵੇਂ ਪਾਤਸ਼ਾਹ ਨੇ ਤੱਤੀ ਤਵੀ ਤੇ ਬਹਿ ਕੇ ਤੇ ਭਾਣਾ ਮੰਨਿਆ। ਬਾਅਦ 'ਚ ਜਦੋਂ ਹੋਰ ਸਮਾਂ ਵੀ ਆਇਆ, ਨਵੀਂ ਪਾਤਸ਼ਾਹ ਦੀ ਸ਼ਹਾਦਤ ਹੋਵੇ, ਸਿੱਖ ਕਾਲ ਹੋਵੇ, ਮੌਜੂਦਾ ਸਮਾਂ ਹੋਵੇ, ਸਿੱਖ ਬੜੇ ਸਬਰ ਨਾਲ ਰਹਿੰਦਾ, ਬੜੇ ਸੰਜਮ ਨਾਲ, ਸਿੱਖ ਦੀ ਆਵਾਜ਼ ਵਿੱਚ ਵੀ ਸਹਿਜ ਹੁੰਦਾ। ਸੋ ਇਹ ਆ ਕਿ ਅਸੀਂ ਆਪਣੇ ਪੰਥ ਨੂੰ ਇੰਝ ਹੀ ਪ੍ਰੇਮ ਕਰਦੇ ਰਹੀਏ ਤੇ ਜਿਹੜਾ ਚੜ੍ਹਦੀ ਕਲਾ ਲਈ ਕੋਈ ਵੀ ਯੋਗਦਾਨ ਪਾ ਸਕੀਏ ਤੇ ਉਹ ਸਾਨੂੰ ਪਾਉਣਾ ਚਾਹੀਦਾ। ਸੋ ਮੈਂ ਤੁਹਾਡਾ ਵੀ ਧੰਨਵਾਦੀ ਹਾਂ, ਸੁਣ ਰਹੇ ਸਾਰਿਆਂ ਦਾ ਧੰਨਵਾਦੀ ਹਾਂ ਕਿ ਅਸੀਂ ਇਹ ਜਿਹੜੀਆਂ 3 ਵੱਡੀਆਂ ਗੱਲਾਂ ਨੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹ 'ਚ ਸਟਾਉਣ ਤੱਕ ਦੀ ਗੱਲ, ਆਪਣੇ ਰਾਜਸੀ ਸਿੱਖ ਕੈਦੀਆਂ ਨੂੰ ਜਿਹੜੇ ਉਮਰਾਂ ਵਹਾ ਚੁੱਕੇ ਆ, ਦਾੜੇ ਚਿੱਟੇ ਹੋ ਗਏ, ਨੌਜਵਾਨ ਸਨ ਜਦੋਂ ਅੰਦਰ ਗਏ ਸਨ, ਉਹਨਾਂ ਨੂੰ ਬਾਹਰ ਕਢਾਉਣ ਦੀ ਗੱਲ, ਜਾਂ ਜਿਹੜੇ ਹੋਰ ਦੋਸ਼ੀ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀਆਂ ਕਰਨ ਦਾ ਜਦੋਂ ਇੱਕ ਦੌਰ ਚੱਲਿਆ, ਜਦੋਂ ਕਿਤੇ ਪਹਿਲੀ ਦੁਸ਼ਮਣਾਂ ਦੇ ਵਿਹੜੇ 'ਚ ਬੈਠਕ ਹੋਈ ਹੋਊਗੀ, ਜਦੋਂ ਉਹ ਮਨਸੂਬੇ, ਪਾਪੀ ਮਨਸੂਬੇ ਪਲੇ ਹੋਣਗੇ, ਉਹਨਾਂ ਦੀਆਂ ਰਗਾਂ ਤੱਕ ਹੱਥ ਜਿਹੜਾ ਵਾ ਖੁਦ ਪੁਲਿਸ ਫੋਰਸਾਂ ਦਾ ਜਾਵੇ। ਇਸ ਤਰ੍ਹਾਂ ਦਾ ਦਬਾਅ ਜਿਹੜਾ ਸਾਨੂੰ ਸਾਰਿਆਂ ਨੂੰ ਰਲ ਕੇ ਬਣਾਉਣਾ ਪੈਣਾ, ਬਸ਼ਰਤੇ ਅਸੀਂ ਘਾਟਾਂ ਵੀ ਵਾਚਦੇ ਹਾਂ, ਪਰ ਘਾਟਾਂ ਨੂੰ ਪਿੱਛੇ ਰੱਖ ਕੇ ਸੰਘਰਸ਼ ਤਾਂ ਆਪਣੀ ਚਾਲੇ ਜੇ ਰੁਕਿਆ ਹੋਇਆ ਉਹਨੂੰ ਫਿਰ ਤੋੜਨਾ ਪੈਣਾ। ਜੀ ਜੀ ਜੀ। ਸੋ ਬਿਲਕੁਲ ਇਹ ਸਨ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਨ੍ਹਾਂ ਨੇ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਦੇ ਨਾਲ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਕੀਤੀ ਹੈ। 27 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ, ਉਸ ਤੋਂ ਬਾਅਦ ਦੇ ਵਿੱਚ ਅਗਲੀ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਜਾਵੇਗੀ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਆ ਉਹਨਾਂ ਵੱਲੋਂ ਵੀ ਇਹੀ ਕਿਹਾ ਗਿਆ ਹੈ ਕਿ ਕੌਮ ਜਿਹੜੀ ਆ ਉਹ ਫਿਰ ਇਕੱਠੀ ਹੋਵੇ, ਕਿਉਂਕਿ ਹਮੇਸ਼ਾ ਹੀ ਜਿਹੜਾ ਦੁਸ਼ਮਣ ਆ ਉਸ ਦਾ ਮਨਸੂਬਾ ਰਹਿੰਦਾ ਆ ਕਿ ਉਹ ਪਾੜ ਕੇ ਜਿਹੜਾ ਆ ਉਹ ਕੌਮ ਨੂੰ ਰੱਖੇ। ਸੋ ਇਸੇ ਤਰ੍ਹਾਂ ਦਾ ਹੀ ਕੋਈ ਦ੍ਰਿਸ਼ ਜਿਹੜਾ ਬਰਗਾੜੀ ਮੋਰਚੇ ਤੋਂ ਬਾਅਦ ਵੀ ਸਾਹਮਣੇ ਆਇਆ ਸੀਗਾ, ਪਰ ਇੱਕ ਵਾਰ ਫਿਰ ਅਸੀਂ ਇਕੱਠੇ ਹੋਈਏ, ਇਕਸਾਰਤਾ ਦਾ ਸਬੂਤ ਜਿਹੜਾ ਆ ਉਹ ਦਈਏ ਤੇ 27 ਤਰੀਕ ਤੋਂ ਬਾਅਦ ਦੇ ਵਿੱਚ ਅਗਲੀ ਰੂਪਰੇਖਾ ਜਿਹੜੀ ਆ ਜੋ ਵੀ ਬਣਦੀ ਆ ਉਸ ਦਾ ਸਾਥ ਜਿਹੜਾ ਆ ਉਹ ਸਾਂਝੇ ਰੂਪ ਦੇ ਵਿੱਚ ਦਈਏ। ਸੋ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ, ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।